ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ। ਮੈਂ ਹਾਂ ਹਰਦੀਪ ਸਿੰਘ ਹੈਪੀ ਪੰਡਵਾਲਾ। ਲੰਘੀ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਕਿ ਸਮੁੱਚੇ ਦੇਸ਼ ਦੇ ਵਿੱਚ ਵਿਆਪਕ ਜਿਹੜਾ ਉਹ ਅਸਰ ਉਹਦਾ ਦੇਖਣ ਨੂੰ ਮਿਲਿਆ ਸੀ। ਇਸੇ ਕੜੀ ਤਹਿਤ ਵਿਧਾਨ ਸਭਾ ਹਲਕਾ ਡੇਰਾਬੱਸੀ ਵਿੱਚ ਵੀ ਕਿਸਾਨ ਜਥੇਬੰਦੀਆਂ ਤੇ ਉਹਨਾਂ ਦੇ ਹਮਾਇਤੀਆਂ ਵੱਲੋਂ ਜਿਹੜਾ ਇਹ ਕੇਂਦਰ ਸਰਕਾਰ ਖਿਲਾਫ ਰੋਸ ਜ਼ਾਹਰ ਕੀਤਾ ਗਿਆ ਸੀ। ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਵਿੱਚ ਕਸਬਾ ਮੁਬਾਰਕਪੁਰ ਦੇ ਵਿੱਚ ਕਿਸਾਨਾਂ ਵੱਲੋਂ ਧਰਨਾ ਲਾਇਆ ਗਿਆ ਸੀ, ਰੋਸ ਜ਼ਾਹਰ ਕੀਤਾ ਗਿਆ, ਜਿੱਥੇ ਕਿ ਉਹਨਾਂ ਵੱਲੋਂ ਇਹ ਦੋਸ਼ ਲਾਇਆ ਗਿਆ ਸੀ ਕਿ ਉੱਥੇ 27 ਸਤੰਬਰ ਨੂੰ ਇੱਥੇ ਡੇਰਾਬੱਸੀ ਤੋਂ ਅਕਾਲੀ ਆਗੂ ਤੇ ਅਕਾਲੀ ਦਲ ਦੇ ਡੇਰਾਬੱਸੀ ਤੋਂ ਕੌਂਸਲਰ ਮਾਨਵਿੰਦਰਪਾਲ ਸਿੰਘ ਟੁੰਡੀ ਰਾਣਾ ਵੱਲੋਂ ਉਹਨਾਂ ਨਾਲ ਦੁਰਵਿਵਹਾਰ ਕੀਤਾ ਗਿਆ ਤੇ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਸੰਦਰਭ ਦੇ ਵਿੱਚ ਇਹ ਵਿਵਾਦ ਵੱਧਦਾ ਲੰਘੇ ਕੱਲ੍ਹ ਹਲਕਾ ਵਿਧਾਇਕ NK ਸ਼ਰਮਾ ਵੱਲੋਂ ਵੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਵਾਸਤੇ ਉਹਨਾਂ ਕੋਲ ਪਹੁੰਚ ਕੀਤੀ ਗਈ। ਤੇ ਜਦੋਂ ਕਿ ਕਿਸਾਨ ਜਥੇਬੰਦੀਆਂ ਤੇ ਕਿਸਾਨ ਇਸ ਗੱਲ ਤੇ ਅੜੇ ਰਹੇ ਕਿ ਟੋਨੀ ਰਾਣਾ ਹੀ ਉਹਨਾਂ ਕੋਲੋਂ ਜੋ ਉਹਨੇ ਗਲਤੀ ਕੀਤੀ ਹੈ ਤੇ ਉਹਦੀ ਉਹ ਮਾਫੀ ਮੰਗੇ। ਕੱਲ ਸ਼ਾਮ ਇਸ ਜਿਹੜਾ ਵਿਵਾਦ ਸੀ ਇਸ ਨੇ ਨਵਾਂ ਮੋੜ ਲੈ ਲਿਆ ਤੇ ਕਿਸਾਨਾਂ ਨੇ ਦੱਪਰ ਟੋਲ ਪਲਾਜ਼ੇ ਤੋਂ ਕੂਚ ਕਰਕੇ ਜ਼ੀਰਕਪੁਰ ਸਥਿਤ ਵਿਧਾਨ ਹਲਕਾ ਡੇਰਾਬੱਸੀ ਦਾ ਜਿਹੜਾ ਮੁੱਖ ਦਫ਼ਤਰ ਹੈ ਅਕਾਲੀ ਦਲ ਦਾ NK ਸ਼ਰਮਾ ਦਾ ਵਿਧਾਇਕ ਉਹਨਾਂ ਦੇ ਦਫ਼ਤਰ ਦਾ ਘਿਰਾਓ ਕੀਤਾ ਤੇ ਨਾਅਰੇਬਾਜ਼ੀ ਕੀਤੀ। ਇਹ ਸਾਰੀ ਗੱਲਬਾਤ ਜਿਹੜੀ ਅਸੀਂ ਇਹ ਮਾਮਲਾ ਕੀ ਸੀ ਇਸ ਸੰਦਰਭ ਦੇ ਵਿੱਚ ਪੂਰੀ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਡੇਰਾਬੱਸੀ ਤੋਂ ਵਿਧਾਇਕ NK ਸ਼ਰਮਾ ਜੀ। ਸ਼ਰਮਾ ਜੀ, ਤੁਹਾਡਾ ਸਵਾਗਤ ਹੈ। ਇਹ ਕਿਸਾਨਾਂ ਦਾ ਜਿਹੜਾ 27 ਸਤੰਬਰ ਤੋਂ ਜੋ ਵੀ ਇਹ ਵਿਵਾਦ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਿਆ ਜਾ ਰਿਹਾ ਜਾਂ ਇਸ ਨੂੰ ਜੋੜ ਕੇ ਦੇਖਿਆ ਜਾ ਰਿਹਾ ਕਿ ਉੱਥੇ ਬਦਸਲੂਕੀ ਕੀਤੀ ਗਈ ਹੈ, 27 ਸਤੰਬਰ ਤੋਂ ਲੈ ਕੇ ਤੇ ਅੱਜ 1 ਅਕਤੂਬਰ ਹੋ ਗਿਆ, 4 ਦਿਨ ਦਾ ਸਮਾਂ ਬੀਤ ਗਿਆ। ਇਹ ਸਮੱਸਿਆ ਦਾ ਹੱਲ ਹਾਲੇ ਤੱਕ ਕਿਉਂ ਨਹੀਂ ਹੋਇਆ ਜੀ? ਜੇ ਤਾਂ ਕੋਈ ਇਹਨੂੰ ਕਹਿ ਲਏ ਵੀ ਪੰਚਾਇਤੀ ਹੱਲ ਹੋਏ ਫਿਰ ਤਾਂ ਨਿਕਲ ਜਾਂਦਾ ਹੈਗਾ। ਜੇ ਕਿਸੇ ਪਾਰਟੀਆਂ ਨੂੰ, ਕਾਂਗਰਸ ਨੂੰ, ਆਪ ਨੂੰ ਜਾਂ ਕੋਈ ਤਕਲੀਫ ਹੋਏ ਫਿਰ ਉਹਦਾ ਹੱਲ ਕਿਸ ਤਰ੍ਹਾਂ ਹੋ ਸਕਦਾ ਹੈ? ਸੋ ਮੈਂ ਬਹੁਤਾ ਨਹੀਂ, ਦੇਖੋ 2 ਕਿਸਾਨ ਬੈਠੇ ਤੇ ਉੱਥੇ, ਕਿਸਾਨ ਅਕਾਲੀ ਵੀ ਬੈਠੇ ਸੀਗੇ, ਕਾਂਗਰਸੀ ਵੀ ਬੈਠੇ ਸੀਗੇ, ਦੂਸਰੇ ਕਿਸਾਨ ਵੀ ਬੈਠੇ ਤੇ। ਜੇ ਉਹ ਕਿਸਾਨ ਨਾ ਆਉਂਦਾ ਤੜਕੇ 8 ਵਜੇ ਤੋਂ ਉਹਨਾਂ ਨੂੰ ਪਾਣੀ ਦੀ ਸੇਵਾ, ਚਾਹ ਦੀ ਸੇਵਾ ਕਿਉਂ ਕਰਦਾ ਟੋਨੀ? ਠੀਕ ਹੈ, ਉੱਥੇ ਕਿਸੇ ਗੱਲ ਤੋਂ ਨੋਕ ਝੋਕ ਹੋਈ, ਕਿਸੇ 'ਚ ਵੀ ਹੋ ਸਕਦੀ ਹੈ। ਇੱਥੇ 28 ਤੁਸੀਂ ਲਾਓ ਵੀ ਮੇਰੇ 5000 ਤਾਂ ਵਰਕਰ ਆ, 80000 ਮੈਨੂੰ ਵੋਟ ਪਈ ਆ। ਜੇ ਕਿਸੇ 2 ਕਿਸਾਨ ਕਾਂਗਰਸੀ ਤੇ ਅਕਾਲੀ ਦੀ ਜਾਂ ਕਿਸੇ ਆਪ ਤੇ ਕਾਂਗਰਸ ਦੀ ਝੜਪ ਹੋਈ ਆ, ਸੋ ਕਿਸਾਨ ਜਥੇਬੰਦੀਆਂ ਨੂੰ ਆਪਣੀ ਸੂਝ-ਬੂਝ ਨਾਲ ਦੋਨਾਂ ਨੂੰ ਬੁਲਾ ਕੇ ਉੱਥੇ ਨਿਬੇੜ ਦੇਣਾ ਚਾਹੀਦਾ ਤਾ। ਚਲੋ ਨਹੀਂ ਨਿਬੜਿਆ ਤੇ ਮੈਂ ਉੱਥੇ ਆਪ ਚਲੇ ਗਿਆ। ਮੈਂ ਉਹਨਾਂ ਨੂੰ ਕਿਹਾ ਕਿ ਬੀਇੰਗ ਐਨ MLA ਮੇਰੀ ਜ਼ਿੰਮੇਵਾਰੀ ਆ ਵੀ ਇਹ ਕਿਸਾਨ ਅੰਦੋਲਨ ਕਿਸੇ ਕੀਮਤ 'ਤੇ ਵੀ ਫੇਲ ਨਹੀਂ ਹੋਣਾ ਚਾਹੀਦਾ, ਇਹ ਤਕੜਾ ਹੋਣਾ ਚਾਹੀਦਾ ਵੀ। ਇਸ ਕਰਕੇ ਮੈਂ ਉੱਥੇ ਆਪ ਜਾ ਕੇ ਉਹਨਾਂ ਨੂੰ ਕਿਹਾ ਵੀ ਜੇ ਕਿਸੇ ਤੋਂ ਕੋਈ ਕੁਤਾਹੀ ਹੋਈ ਆ ਵੀ ਤੁਸੀਂ ਘੱਟ ਤੋਂ ਘੱਟ 5-7 ਕਿਸਾਨ ਜਥੇਬੰਦੀਆਂ ਦੋਨਾਂ ਨੂੰ ਬੁਲਾ ਕੇ ਤਾਂ ਪੁੱਛ ਲੈਣ ਵੀ ਕਿਆ ਗੱਲਬਾਤ ਹੋਈ ਆ, ਉਹਨਾਂ ਦਾ ਬੈਠ ਕੇ ਨਿਬੋੜ ਦੇਣ। ਜਿਹਦਾ ਕਸੂਰ ਆ ਉਹਦਾ ਕਸੂਰ ਕੱਢ ਕੇ ਕਾਰਵਾਈ ਕਰਨ। ਸੋ 2 ਵਰਕਰਾਂ ਦੀ ਲੜਾਈ ਹੋਈ ਹੈ ਇੱਕ ਧਰਨੇ ਦੇ ਅੰਦਰ। NK ਸ਼ਰਮਾ ਕਿੱਥੇ ਤੇ ਆ ਗਿਆ? ਚਲੋ ਮੈਂ ਫਿਰ ਵੀ ਧਰਨੇ ਤੇ ਗਿਆ ਵੀ ਕਿਸੇ ਤਰ੍ਹਾਂ ਲੋਕਾਂ ਦੇ ਸੈਂਟੀਮੈਂਟ ਸਾੜ ਨਹੀਂ ਹੋਣੇ ਚਾਹੀਦੇ। ਮੈਂ ਆਪ ਉਹਨਾਂ ਨੂੰ ਮਾਫੀ ਮੰਗੀ ਸਾਰਿਆਂ ਤੋਂ ਵੀ ਮੇਰੇ ਹਲਕੇ 'ਚ ਕਿਸੇ ਵੀ ਵਰਕਰ ਤੋਂ ਕੋਈ ਵੀ ਗਲਤੀ ਹੋਈ ਹੈ, MLA ਵੀ ਮੈਂ ਉਹ ਤੋਂ ਮਾਫੀ ਮੰਗਦਾ ਆ। ਜੇ ਉਹਨੇ ਗਲਤ ਕਰਿਆ ਹੋਇਆ ਟੋਨੀ, ਜੇ ਉਹਨੇ ਕੋਈ ਗਲਤ ਕਰਿਆ 1% ਵੀ ਗਲਤ ਕਰਿਆ ਹੋਇਆ ਵੀ ਮੈਂ ਉਹਨੂੰ ਪਾਰਟੀ ਤੋਂ ਕੱਢ ਵੀ ਦੇ, ਜਦ ਤੱਕ ਤੁਹਾਡੇ ਨਾਲ ਨਿਬੇੜਦਾ ਨਹੀਂ ਉਹਨੂੰ ਪਾਰਟੀ ਦੀ ਕਿਸੇ ਐਕਟੀਵਿਟੀ 'ਚ ਸ਼ਾਮਲ ਨਹੀਂ ਕਰੂੰਗਾ। ਇਸ ਤੋਂ ਉੱਪਰ ਕਿਆ ਹੋਊਗਾ? ਤੁਸੀਂ ਦੱਸੋ, ਕਿਸੇ ਵਰਕਰ ਦੀ ਲੜਾਈ ਹੋ ਜੇ ਤੇ ਧਰਨਾ MLA ਦੇ ਘਰ ਲੱਗਦਾ। ਪਰ ਚਲੋ ਮੈਂ ਤਾਂ ਫਿਰ ਵੀ ਵੈਲਕਮ ਕਰਦਾ, ਅੱਜ ਵੀ ਆ ਜਾਓ, ਮੇਰੇ ਘਰ ਆ ਜਾਓ। ਜੇ ਕਿਸਾਨ ਅੰਦੋਲਨ ਮੇਰੇ ਘਰ ਧਰਨਾ ਲਾਏ ਨਾਲ ਤਕੜਾ ਹੁੰਦਾ ਆ ਜਾਂ ਮੇਰਾ ਦਫ਼ਤਰ ਘੇਰਨ ਨਾਲ ਤਕੜਾ ਹੁੰਦਾ, ਮੈਨੂੰ ਘੇਰਨ ਨਾਲ ਤਕੜਾ ਹੁੰਦਾ, ਤਾਂ ਜੀ ਸਦਕੇ ਕਰੋ। ਮੇਰਾ ਖਿਆਲ ਇਹ ਵੀ ਇੱਕ ਅਚੀਵਮੈਂਟ ਹੋਊਗੀ। ਮੈਂ ਆਪ ਆ ਜਾਇਆ ਕਰੂੰਗਾ ਵੀ ਇਹਨਾਂ ਨੇ ਘੇਰਨਾ, ਜਿੱਥੇ ਕਹਿਣਗੇ ਉੱਥੇ ਆ ਜਾਇਆ ਕਰੂੰਗਾ, ਇਹ ਘੇਰ ਲਿਆ ਕਰਨ ਮੈਨੂੰ। ਇਹਦੇ ਨਾਲ ਕਿਸਾਨ ਅੰਦੋਲਨ ਤਕੜਾ ਹੋਊਗਾ। ਸੋ ਮੇਰੀ ਬੇਨਤੀ ਆ ਕਿਸਾਨ ਜਥੇਬੰਦੀਆਂ ਨੂੰ ਵੀ ਲੋਕਾਂ ਦੇ ਸੈਂਟੀਮੈਂਟ ਜੁੜੇ। ਮੈਂ ਦੇਖੋ ਇਹ ਕਹਿ ਰਹੇ ਨਿਬੇੜਨ ਦੀ ਨਹੀਂ ਕੰਮ ਕਰੀ। ਮੈਂ ਰਾਜੇਵਾਲ ਸਾਹਿਬ ਨੂੰ ਫੋਨ ਕਰਿਆ, ਮੈਂ ਲੱਖੋਵਾਲ ਸਾਹਿਬ ਨੂੰ ਫੋਨ ਕਰਿਆ। ਮੈਂ ਕਿਹਾ ਇਹ ਹੁਣ ਇੱਕ ਬੰਦਾ, ਚਲੋ ਮੈਂ ਬਹੁਤਿਆਂ ਦੀ ਗੱਲ ਨਹੀਂ ਕਰ ਦਿੰਦਾ, ਮੈਂ ਜੌਲਾ ਆ 200-150 ਕਿੱਲੇ ਜ਼ਮੀਨ ਗਰੀਬਾਂ ਦੀ ਜ਼ਮੀਨ ਆ ਜਿਹੜੀ ਸਰਪਲਸ 'ਚ ਨਿਕਲਦੀ, SC ਤੇ BST 'ਚ ਡਿਸਟਰੀਬਿਊਟਰ ਹੋਣੀ ਚਾਹੀਦੀ ਆ। 8 ਸਾਲਾਂ ਤੋਂ ਬਾਰਿਆ ਖਾ ਰਿਹਾ ਉਹਨਾਂ ਦੇ ਪੈਸੇ, ਲੋਕਾਂ ਦੀ ਜ਼ਮੀਨ ਆ, ਉਹਦੇ 'ਤੇ ਕਬਜ਼ਾ ਕਰੀ ਬੈਠਿਆ। ਉਹ ਕਿੱਥੇ ਦਾ ਕਿਸਾਨ ਹੋ ਗਿਆ? ਪਹਿਲਾਂ ਅਕਾਲੀ ਦਲ 'ਚ ਤਾਂ, ਫਿਰ ਆਪ 'ਚ ਆ ਗਿਆ ਹੈ, ਫਿਰ ਮੁੜ ਕੇ ਅਕਾਲੀ ਦਲ 'ਚ ਸ਼ਾਮਲ ਹੋ ਗਿਆ ਤੇ ਮੇਰੇ ਦਫ਼ਤਰ ਦੇ ਅੱਗੇ ਖੜ ਕੇ ਧਰਨਾ ਦੇ ਰਿਹਾ ਹੈਗਾ। यानी मतलब असली तकलीफ कितों हुई है? तुसीं देखो भी ये कांग्रेस ते आप कित्थे तक रले हुई हैं।
ਇੱਕ ਸ਼ਰਮਾ ਜੀ ਪਿੰਡ ਆ ਬਾਕਰਪੁਰ, ਕੇਜਰੀਵਾਲ ਦਾ ਖਾਸ ਬੰਦਾ ਰੰਧਾਵਾ, ਇੱਥੋਂ ਦਾਅਵੇਦਾਰ ਵੀ ਆ ਕੈਂਡੀਡੇਟ ਦਾ, ਉਹਦੀ ਜ਼ਮੀਨ ਦੀ ਕੀਮਤ ਉਹਨੇ ਕਾਂਗਰਸ ਨਾਲ ਮਿਲ ਕੇ 6 ਕਰੋੜ 22 ਲੱਖ ਰੁਪਏ ਕਿੱਲਾ ਫਿਕਸ ਕਰਵਾ ਦੀ। ਉਹਨਾਂ ਨੇ ਖੁਸ਼ ਕਰਨ ਵਾਸਤੇ ਕਰਤੀ ਵੀ ਆਪ ਕਿਸਾਨਾਂ ਦੇ ਹੱਕ 'ਚ ਨਹੀਂ ਬੋਲੂਗੇ, ਉਹਦੀ ਜ਼ਬਾਨ ਬੰਦ ਕਰਦੀ, ਉਹਦੇ ਮੂੰਹ 'ਚ ਜਿਸ ਤਰ੍ਹਾਂ ਮਿੱਠਾ ਪਾ ਕੇ ਲੱਡੂ ਪਾ ਕੇ ਉਹ ਚੁੱਪ ਹੋ ਗਿਆ। ਉਹਦੇ ਨਾਲ ਹੀ ਵੱਟ ਇਸ ਤਰ੍ਹਾਂ ਵੱਟ ਆ, ਇੱਧਰ ਵਾਲੀ ਜ਼ਮੀਨ ਦੀ ਕੀਮਤ 32 ਲੱਖ ਰੁਪਏ। ਦੱਸੋ ਉੱਥੇ ਸਾਲੇ ਹੀਰੇ ਬੀਜੇ ਵੇ ਰੰਧਾਵੇ ਦੀ ਜ਼ਮੀਨ 'ਚ 6 ਕਰੋੜ 22 ਲੱਖ ਆ ਤੇ ਉਹਦੀ 32 ਲੱਖ ਆ। ਉਸ ਤੋਂ ਅਗਲੇ ਜ਼ਮੀਨਦਾਰ ਨੂੰ 28 ਲੱਖ ਦੇ ਰਹੇ ਆ, ਕਿਸੇ ਨੂੰ 91 ਲੱਖ ਰੁਪਏ ਕਿੱਲੇ ਦਾ ਦੇ ਰਹੇ ਆ, ਕਿਸੇ ਨੂੰ 30 ਲੱਖ ਰੁਪਏ ਕਿੱਲੇ ਦਾ ਲੈ ਰਹੇ ਆ। ਇਸ ਹਲਕੇ 'ਚ ਕੋਈ ਜ਼ਮੀਨ ਦੀ ਕੀਮਤ ਹੀ ਨਹੀਂ 5.5-6 ਕਰੋੜ ਰੁਪਏ ਤੋਂ ਘੱਟ। ਸੋ ਐਡਾ ਧੱਕਾ ਕਿਸਾਨਾਂ ਨਾਲ ਹੋ ਰਿਹਾ, ਮੈਂ ਹੈਰਾਨ ਆ। ਸਗੋਂ ਕਿਸਾਨ ਜਥੇਬੰਦੀਆਂ ਨੂੰ ਅਸੀਂ ਕਿਸਾਨਾਂ ਦਾ ਸੰਘਰਸ਼ ਕਰਿਆ, ਮੈਂ ਵਿਧਾਨ ਸਭਾ 'ਚ ਰੌਲਾ ਪਾਇਆ, ਪੂਰਾ ਦੱਬ ਕੇ ਰੌਲਾ ਪਾਇਆ ਵੀ ਇਹ ਧੱਕਾ ਕਰ ਰਹੇ ਹਾਂ, ਅਸੀਂ ਬਰਦਾਸ਼ਤ ਨਹੀਂ ਹੋਣ ਦੇਵਾਂਗੇ। ਫਿਰ ਮੈਂ ਇਕੱਲੇ ਪਿੰਡਾਂ 'ਚ ਗਿਆ, ਡੀਸੀ ਨੂੰ ਮਿਲਿਆ, ਐਜੀਟੇਸ਼ਨ ਨੂੰ ਤਕੜਾ ਕਰਿਆ। ਅੱਜ ਟਾਕਿੰਗ ਪੁਆਇੰਟ ਤੇ ਸਰਕਾਰ ਆਈ ਆ ਵੀ 20 ਦਿਨਾਂ ਦੇ ਅੰਦਰ ਅੰਦਰ ਇਹਦਾ ਹੱਲ ਕੱਢ ਦਾਂਗੇ। ਸਾਡੇ ਧਰਨੇ ਦਾ ਅਸਰ 700-800 ਟਰੈਕਟਰ ਇੱਥੋਂ ਗਏ। ਹੁਣ ਮੈਂ ਹੈਰਾਨ ਆ, ਮੈਂ ਵੀਰਾਂ ਨੂੰ ਬੇਨਤੀ ਕਰੀ, ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰੀ ਵੀ ਤੁਸੀਂ ਸ਼ਾਮਲ ਹੋ। ਰੋਡ ਜਿਹੜੀ ਐਕਸਪ੍ਰੈਸਵੇ ਸੰਘਰਸ਼ ਕਮੇਟੀ ਆ ਉਹ ਧਰਨਾ ਲਵਾ ਰਹੀ ਆ, ਸਾਡੇ ਨਾਲ ਜਾ ਰਹੀ ਆ ਉੱਥੇ ਵੀ ਸਰਕਾਰ ਦੇ ਖਿਲਾਫ। ਤੇ ਆ ਮਹਾਨ ਸ਼ਖਸੀਅਤਾਂ ਫੋਨ ਕਰ ਰਹੀਆਂ ਪਿੰਡਾਂ 'ਚ, ਸਾਰਿਆਂ 'ਚ ਅਨਾਉਂਸਮੈਂਟਾਂ ਕਰਵਾ ਰਹੀਆਂ ਵੀ ਜਿਹੜਾ ਟਰੈਕਟਰ ਮਾਰਚ ਆ ਇਹਦੇ 'ਚ ਕੋਈ ਵੀ ਸ਼ਾਮਲ ਨਾ ਹੋਏ, ਇਹ ਕਿਸਾਨ ਵਿਰੋਧੀ ਆ। ਦੱਸੋ ਕਿਸੇ ਕਿਸਾਨ ਨੂੰ ਇਨਸਾਫ ਦਿਵਾਉਣਾ ਕਿਸਾਨ ਵਿਰੋਧੀ ਹੋ, ਕਿੱਥੇ ਤੋਂ ਕਿਸਾਨ ਹੋ ਗਏ। ਫਿਰ ਜਿਹੜੀ ਉਹ ਬਣ ਰਹੀ ਆ ਐਕਸਪ੍ਰੈਸਵੇ 12 ਫੁੱਟ ਉੱਚੇ ਬਣ ਰਹੀ ਆ, ਨਾ ਕੋਈ ਸਲਿੱਪ ਰੋਡ ਦਈ ਆ, ਨਾ ਇੱਧਰ ਜ਼ਿਮੀਂਦਾਰ ਜਾ ਸਕਦਾ, ਨਾ ਇੱਧਰ ਜ਼ਿਮੀਂਦਾਰ ਜਾ ਸਕਦਾ, ਨਾ ਪਾਣੀ ਦੀ ਲਾਈਨ ਕ੍ਰਾਸ ਕਰ ਸਕਦਾ ਹੈਗਾ। ਯਾਨੀ ਮਤਲਬ ਜੇ 25,000 ਏਕੜ ਕਿਸਾਨਾਂ ਦੀ ਜ਼ਮੀਨ ਅਕਵਾਇਰ ਹੋ ਰਹੀ ਆ, 1 ਲੱਖ ਏਕੜ ਜ਼ਮੀਨ ਦੀ ਬਰਬਾਦੀ ਹੋਣੀ ਆ, ਕੁਛ ਇੱਧਰ ਨਿਕਲ ਗਈ, ਕੁਛ ਇੱਧਰ ਗਈ, ਤੇ ਪਾਣੀ ਮਿਲ ਗਿਆ। ਤੇ ਸਰਕਾਰ ਦੇ ਢਿੱਡ 'ਚ ਪਤਾ ਨਹੀਂ ਕਿਆ ਦਰਤਾ, ਸੈਂਟਰਲ ਗਵਰਨਮੈਂਟ ਪੈਸੇ ਦੇਣ ਨੂੰ ਤਿਆਰ ਆ, ਇਹ ਉਹਨਾਂ ਨੂੰ ਕੀਮਤ ਫਿਕਸ ਕਰਕੇ ਪਾ ਨਹੀਂ ਦਿੰਦੇ। ਉੱਥੇ ਦਫ਼ਤਰ 'ਚ ਦੁਕਾਨ ਖੋਲ੍ਹੀ ਹੋਈ ਆ, ਜਿਹੜਾ ਪੈਸੇ ਦਿੰਦੇ ਆ 4 ਪੈਸੇ ਉਹਨੂੰ ਵੱਧ ਦਿਖਾਦੇ ਆ, ਜਿਹੜਾ ਨਹੀਂ ਦਿੰਦਾ ਉਹਨੂੰ ਘੱਟ ਦਿਖਾਦੇ ਆ। ਇੱਕ ਸ਼ਰਮਾ ਜੀ ਜਿਹੜਾ 27 ਸਤੰਬਰ ਦਾ ਇਹ ਵਿਵਾਦ ਜਿਹੜਾ ਚੱਲ ਰਿਹਾ ਸੀ, ਕਿਸਾਨਾਂ ਨੇ ਤੁਹਾਡੇ ਕੋਲੋਂ ਮੰਗ ਕੀ ਰੱਖੀ ਸੀ ਇਸ ਵਿਵਾਦ ਨੂੰ ਨਿਪਟਾਉਣ ਵਾਸਤੇ? ਤੁਸੀਂ ਦੱਸੋ ਇਸ ਵਿਵਾਦ ਵਾਸਤੇ ਮੇਰੇ ਤੋਂ ਕਿਆ ਮੰਗ ਕਰ ਸਕਦੇ ਆ? ਮੇਰੇ ਤੋਂ ਇਹੀ ਮੰਗ ਕਰ ਸਕਦੇ ਆ ਵੀ ਟੋਨੀ ਤੁਹਾਡਾ ਬੰਦਾ ਹੈਗਾ, ਚਲੋ ਮੈਂ ਮੰਨ ਲਿਆ ਮੇਰਾ ਬੰਦਾ, ਠੀਕ ਹੈ ਨਾ ਜੀ। ਜੇ ਇਹ ਉਹਦਾ ਕਸੂਰ ਕੱਢ ਦੇਣ, ਉਹ ਮਾਫੀ ਨਾ ਮੰਗੇ, ਮੈਂ ਉਹਨੂੰ ਪਾਰਟੀ ਤੋਂ ਕੱਢ ਸਕਦਾ, ਅੱਗੇ ਤੋਂ ਪਾਰਟੀ ਤੋਂ ਖਤਮ ਕਰ ਸਕਦਾ ਗਾ। ਇਹੀ ਹੋ ਸਕਦਾ ਤਾਂ ਨਾ। ਜੇ ਉਹ ਇੱਕ ਮਿੰਟ ਸੁਣ ਲਿਓ ਗੱਲ, ਦੂਸਰਾ ਬੰਦਾ ਨੰਦੀ ਆ, ਦਪਿੰਦਰ ਢਿੱਲੋਂ ਦਾ ਖਾਸ ਬੰਦਾ ਆ, ਸਰਿਆਮ ਰੇਤਾ ਚੋਰੀ ਕਰਕੇ ਵੇਚ ਰਿਹਾ ਟਰਾਲੀਆਂ ਤੇ, 8 ਪਰਚੇ ਉਹਦੇ ਤੇ ਦਰਜ ਹੋਏ ਵੇ ਆ। ਟੂਰਨਾਮੈਂਟ ਕਰਵਾਉਂਦਾ, ਆਪਣੀਆਂ ਫੋਟੋਆਂ ਲਾਉਂਦਾ ਹੈਗਾ ਦਪਿੰਦਰ ਢਿੱਲੋਂ ਨਾਲ, ਮੈਂ ਤੁਹਾਨੂੰ ਦਿਖਾ ਦਿਆਂ। ਫਿਰ ਇਕੱਲਾ ਮੇਰੇ ਘਰ ਧਰਨਾ ਕਿਉਂ ਲਾਇਆ, ਦਪਿੰਦਰ ਢਿੱਲੋਂ ਦੀ ਕੋਠੀ ਧਰਨਾ ਕਿਉਂ ਨਹੀਂ ਲਾਇਆ? ਜੀ ਅਸਲੀ ਤਾਂ ਗਾਲਾਂ ਉਹਨੇ ਕੱਢੀਆਂ, ਇਹ ਤਾਂ ਸਿਰਫ ਐਲੀਗੇਸ਼ਨ ਲਾ ਰਹੇ ਆ ਜੇ ਵੀ ਜਿਹੜਾ ਟੋਨੀ ਰਾਣੇ ਨੇ ਉਹਦੀ ਮਦਦ ਕਰੀ ਹੈਗੀ ਆ। ਗਾਲਾਂ ਤਾਂ ਉਹਨੇ ਕੱਢੀਆਂ, ਟੋਨੀ ਰਾਣੇ ਤੇ ਕੋਈ ਇਹ ਐਲੀਗੇਸ਼ਨ ਨਹੀਂ ਵੀ ਉਹਨੇ ਗਾਲਾਂ ਕੱਢੀਆਂ। ਚਲੋ ਮੈਂ ਫਿਰ ਵੀ ਉਹਨੂੰ ਗੁਨਾਹਗਾਰ ਸਾਬਤ ਕਰਦੇ ਆ, ਫਿਰ ਵੀ ਚਲੋ ਜੇ ਹੋ ਗਿਆ, ਮੰਨ ਲਓ ਟੋਨੀ ਰਾਣੇ ਨੇ ਕੁਝ ਪੁੱਠਾ ਬੋਲਿਆ, ਧਰਨਾ ਮੇਰੇ ਘਰ ਲਾਣਾ ਬਣਦਾ ਹੈਗਾ। ਮੇਰੇ ਘਰ ਬਣਦਾ ਹੈਗਾ ਤਾਂ ਇਕੁਅਲੀ ਫਿਰ ਦਪਿੰਦਰ ਢਿੱਲੋਂ ਦੇ ਵੀ ਲਾਣ ਜਾ ਕੇ, ਜਿਹਨੇ ਉਹ ਬਦਮਾਸ਼ ਪਾਲਿਆ ਹੋਇਆ ਰੇਤਾ ਵੇਚਣ ਵਾਸਤੇ, ਉੱਥੇ ਜਾ ਕੇ ਲਾਣ ਧਰਨਾ। ਪ੍ਰੋਬਲਮ ਕਿੱਥੇ ਆ? ਜਿਹੜਾ 6 ਕਰੋੜ 22 ਲੱਖ ਰੁਪਏ ਕਿੱਲਾ ਜ਼ਮੀਨ ਦੀ ਕੀਮਤ ਮਿਲ ਰਹੀ ਆ, ਆਪ ਤੇ ਕਾਂਗਰਸੀ ਰਲ ਕੇ ਜਿਹੜਾ ਵੰਡਣ ਵਾਲੀ ਗੱਲ ਕਰੀ ਆ, ਉਹਨਾਂ ਨੂੰ ਇਹ ਆ ਵੀ ਜੇ ਐਨਕੇ ਸ਼ਰਮਾ ਨੇ ਐਜੀਟੇਸ਼ਨ ਉੱਪਰ ਚੱਕ ਦਿਆ ਨਾ, ਦੂਸਰੇ ਜ਼ਿਮੀਂਦਾਰਾਂ ਨੂੰ ਵੀ ਕਾਂਗਰਸ ਨੂੰ ਉਹੀ ਦੇਣਾ ਪੈਣਾ ਹੈਗਾ, ਜਾਂ ਇਹਦੀ ਕੀਮਤ ਘਟ ਜੂਗੀ। ਲੋਕਾਂ ਨੂੰ ਮੂਰਖ ਬਣਾਉਣ ਵਾਸਤੇ, ਉਸ ਅੰਦੋਲਨ ਨੂੰ ਤਾਰ ਪਿੱਡੋ ਕਰਨ ਵਾਸਤੇ ਇਹ ਕਾਂਗਰਸ ਤੇ ਆਪ ਵਾਲਿਆਂ ਨੇ ਇੱਕ ਸਾਜ਼ਿਸ਼ ਰਚੀ ਹੈਗੀ ਆ। ਤੁਸੀਂ ਦੇਖ ਲਿਓ, ਤੁਸੀਂ ਦੱਸੋ ਉਹ ਕਿਆ ਕਹਿ ਰਹੇ ਨੂੰ, ਮੁਕੇਸ਼ ਰਾਣਾ ਕਿਸਾਨ ਆ, ਕੌਂਸਲ ਦਾ ਪ੍ਰੈਜ਼ੀਡੈਂਟ ਹੈਗਾ ਉਹ। 8 ਕੌਂਸਲ ਕਾਂਗਰਸ ਦੇ ਖੜੇ ਸੀਗੇ, ਫੋਟੋਆਂ ਦੇਖ ਲਿਓ ਤੁਸੀਂ। ਆਪ ਦੇ ਜਿਹੜੇ ਲੀਡਰ ਆ ਇੱਥੇ, ਜਿਹੜਾ ਉਹਨੇ ਪੋਸਟ ਅੱਜ ਵੀ ਤੁਸੀਂ ਉਹਦੀ WhatsApp ਤੇ ਦੇਖ ਲਿਓ, ਉਹਦੇ ਸਕਰੀਨਸ਼ਾਟ ਉਹਨੇ ਆਪਣੇ ਫੇਸਬੁੱਕ ਤੇ ਪਾਈ ਹੋਈ ਆ। ਨਵਜੋਤ ਸੈਣੀ ਨੇ ਮੇਰੇ ਦਫ਼ਤਰ ਆਇਆ ਧਰਨਾ ਲਾਣ, ਦੱਸੋ ਕਿਸਾਨ ਆ। ਯਾਨੀ ਕਿਸਾਨਾਂ ਨੂੰ, ਕਿਸਾਨ ਜਥੇਬੰਦੀਆਂ ਨੂੰ ਇਹ ਰਾਈਟ ਮਿਲ ਗਿਆ ਵੀ ਉਹ ਕਿਸੇ ਵੀ ਪੋਲੀਟੀਕਲ ਬੰਦੇ ਨੂੰ, ਅਕਾਲੀ ਦਲ ਦਾ ਮੇਰਾ ਪੋਲੀਟੀਕਲ ਓਪੋਨੈਂਟ, ਉਹਨੂੰ ਲਿਆਣ ਕੇ ਮੇਰੇ ਦਫ਼ਤਰ ਧਰਨਾ ਲਵਾਉਂਗੇ। ਕਿਸਾਨ ਜਥੇਬੰਦੀਆਂ ਨੂੰ ਇਹ ਰਾਈਟ ਮਿਲ ਗਿਆ ਵੀ ਨਵਜੋਤ ਸੈਣੀ ਮੇਰੇ ਦਫ਼ਤਰ 'ਚ ਆਊਗਾ। ਕਿਸਾਨ ਜਥੇਬੰਦੀਆਂ ਨੂੰ ਇਹ ਰਾਈਟ ਮਿਲ ਗਿਆ ਵੀ ਰੰਧਾਵਾ ਆਪਣੇ ਬੰਦੇ ਭੇਜ ਕੇ ਮੇਰੇ ਦਫ਼ਤਰ 'ਚ ਧਰਨਾ ਲਵਾਊਗਾ।
ਕਿਸਾਨਾਂ ਦਾ ਇਹ ਵੀ ਕਹਿਣਾ ਸੀ ਕਿ 27 ਤਰੀਕ ਸ਼ਾਮ ਨੂੰ ਤੁਸੀਂ ਉਹਨਾਂ ਨਾਲ ਬਹਿ ਕੇ ਗੱਲ ਕੀਤੀ ਸੀ ਕਿ 28 ਤਰੀਕ ਸ਼ਾਮ 6 ਵਜੇ ਤੱਕ ਇਹ ਦੋ ਮੰਗਾਂ ਜਿਹੜੀਆਂ ਉਹਨਾਂ ਨੇ ਰੱਖੀਆਂ ਸੀ ਵੀ ਜਾਂ ਤਾਂ ਟੋਨੀ ਰਾਣਾ ਮਾਫੀ ਮੰਗੇ ਜਾਂ ਤੁਸੀਂ ਉਸ ਨੂੰ ਪਾਰਟੀ ਚੋਂ ਕੱਢ ਰਹੇ ਹੋ। ਤੁਸੀਂ ਕਹੇ ਸੀ ਦੋਨਾਂ ਚੋਂ ਇੱਕ ਮੰਗ ਅਸੀਂ ਮਨਵਾਵਾਂਗੇ। ਉਹ ਕਹਿੰਦੇ ਵੀ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ ਵੀ 28 ਤਰੀਕ ਨੂੰ ਸਾਨੂੰ 6 ਵਜੇ ਨਾ ਕੰਟੈਕਟ ਕੀਤਾ, ਨਾ ਕੋਈ ਕਾਲ ਆਈ ਹੈ। ਝੂਠ ਬੋਲਦੇ ਆ ਰੱਜ ਕੇ। ਮੈਂ ਆਪ ਕਰਮ ਸਿੰਘ ਕਾਰਕਰ ਨੂੰ ਫੋਨ ਕਰਿਆ, ਰਜਿੰਦਰ ਜਿਹੜਾ ਸਾਡਾ ਇਸਾਂਬਰ ਆ ਉੱਥੇ ਧਰਨੇ 'ਤੇ ਜਾ ਕੇ ਬੈਠਿਆ। ਕੱਲ੍ਹ ਮੈਂ ਸਾਰਿਆਂ ਨੂੰ ਕਿਹਾ ਉੱਥੇ ਧਰਨੇ ਦੇ ਉੱਤੇ। ਫਿਰ ਉਹਨਾਂ ਨੇ ਕੰਡੀਸ਼ਨ ਰੱਖਦੀ ਵੀ ਉਹ ਨੰਦੀ ਨੂੰ ਵੀ ਲਿਆਓ, ਵੀ ਨੰਦੀ ਢਿੱਲੋਂ ਦਾ ਬੰਦਾ ਦਪਿੰਦਰ ਢਿੱਲੋਂ ਨੂੰ ਕਹੋ ਲਿਆਊਗਾ, ਉਹਦੇ 'ਤੇ ਕਾਰਵਾਈ ਕਰੇ, ਉਹਦੇ ਘਰ ਧਰਨਾ ਦਿਓ ਦਪਿੰਦਰ ਢਿੱਲੋਂ ਦਾ। ਮੈਂ ਕੋਈ ਦਪਿੰਦਰ ਢਿੱਲੋਂ ਨਾਲ ਰਲਿਆ ਵਾ, ਦਪਿੰਦਰ ਢਿੱਲੋਂ ਨਾਲ ਤਾਂ ਰੰਧਾਵਾ ਰਲਿਆ ਹੋਇਆ। ਦੋਨੇ ਜਾ ਕੇ ਉੱਥੇ ਕਰ ਲੈਣ, ਕਿਉਂਕਿ ਜ਼ਮੀਨ ਦੀ ਕੀਮਤ ਲੈਣੀ ਉਹਨੇ ਸਰਕਾਰ ਤੋਂ ਲਵਾਉਣੀ ਆ ਪੂਰੀ 6 ਕਰੋੜ 22 ਲੱਖ ਲੈਣਾ, ਕਿਸਾਨਾਂ ਨੂੰ ਚਾਹੇ 20 ਲੱਖ ਰੁਪਈਆ ਮਿਲ ਜੇ। ਸੋ ਇਹ ਛੋਟੇ ਮੁੱਦੇ ਆ। ਤੁਸੀਂ ਦੱਸੋ ਮੈਂ ਕਿੱਥੇ ਤੇ ਆ ਗਿਆ? ਮੈਂ ਕਿਸੇ ਨੂੰ ਮਾੜਾ ਕਿਹਾ? ਮੈਂ ਤਾਂ ਅੱਜ ਤੱਕ ਸੇਵਾ ਕਰ ਰਿਹਾ। ਉਧਰ ਵੀ ਨਾਭਾ ਵੀ ਧਰਨੇ ਤੇ ਬੈਠਿਆ, ਤਾਂ ਲੋਗੜ ਵੀ ਧਰਨੇ ਤੇ ਬੈਠਿਆ ਸੀਗਾ, ਛੱਤ ਵੀ ਧਰਨੇ ਤੇ ਬੈਠਾ। ਮੈਂ ਕਿੱਥੇ ਆ ਗਿਆ? NK ਸ਼ਰਮਾ ਕਿੱਥੇ ਆ ਗਿਆ? ਦੋ ਕਿਸਾਨ ਲੜੇ ਆ ਆਪਸ 'ਚ। ਪਰਚਾ ਕਰਵਾ ਦਿਓ ਥਾਣੇ 'ਚ ਜਾ ਕੇ, ਜਿਹੜਾ ਗਲਤ ਹੋਊਗਾ ਪੁਲਿਸ ਆਪ ਦੇਖ ਲਿਓਗੇ। ਗੱਲ ਉਹ ਹੈ ਹੀ ਨਹੀਂ ਕਿਸੇ ਵੀ। ਗੱਲ ਤਾਂ ਇਹ ਆ ਵੀ ਜਿਹੜਾ ਉਦੋਂ 750-800 ਟਰੈਕਟਰ ਹਲਕੇ ਤੋਂ ਗਏ, 900 ਟਰੈਕਟਰ, ਜ਼ਿਮੀਂਦਾਰਾਂ ਦੀ ਮੰਗਾਂ ਚੱਕਣੀਆਂ, ਜ਼ਿਮੀਂਦਾਰਾਂ ਨੂੰ ਮੁਆਵਜ਼ਾ ਦਿਵਾਉਣਾ। ਮੈਂ ਨਹੀਂ ਕਹਿੰਦਾ ਮੇਰੇ ਕਰਕੇ ਗਏ ਆ, ਕਿਸਾਨਾਂ ਦੇ ਹੱਕਾਂ ਵਾਸਤੇ ਉਹ DC ਸਰਕਾਰ ਨੂੰ ਘੇਰਨ ਗਏ ਆ, ਉੱਥੇ ਸਾਨੂੰ ਅਰੈਸਟ ਕਰਿਆ ਗਿਆ। ਸੋ ਉਹ ਕਿਸਾਨਾਂ ਨੂੰ ਰਾਈਟ ਮਿਲਣਾ ਚਾਹੀਦਾ। ਮੈਂ ਸਮਝਦਾ ਵੀ ਜਿਹੜਾ ਬੰਦਾ ਵੀ, ਜਿਹੜੇ ਸਗੋਂ ਸਾਰੀ ਪਾਰਟੀਆਂ ਨੂੰ ਰਲ ਕੇ ਅੰਦੋਲਨ ਲੜਨਾ ਚਾਹੀਦਾ। ਹੁਣ ਕਾਂਗਰਸ ਦਾ ਚੋਰ ਹੈਗੀ ਆ, ਅੱਜ ਨਿਕਲ ਗਈ ਨਾ ਬਿੱਲੀ ਥੈਲੇ ਤੋਂ ਬਾਹਰ। ਕਹਿੰਦੇ ਤੇ ਵੀ ਕਾਲੀਆਂ ਨੇ ਜੀ ਕੁਛ ਨਹੀਂ ਕਰਿਆ। ਦੇਖੋ ਮੈਂ ਫਿਰ ਅੱਜ ਅਜੀਤ TV ਤੇ ਮੈਂ ਵਿਧਾਨ ਸਭਾ 'ਚ ਕਿਹਾ ਸੀਗਾ ਵੀ ਜਿਹੜਾ ਕੈਬਨਿਟ ਮੀਟਿੰਗ ਦਾ ਏਜੰਡਾ ਆਉਂਦਾ ਹੈਗਾ, ਉਹਦਾ ਡਿਸੈਂਡਿੰਗ ਨੋਟ ਹਰਸਿਮਰਤ ਕੌਰ ਨੇ ਲਿਖ ਕੇ ਭੇਜਿਆ ਸੀਗਾ ਵੀ ਇਹ ਕਾਨੂੰਨ ਗਲਤ ਆ ਪਹਿਲੇ ਦਿਨ ਹੀ। ਔਰ ਬਕਾਇਦਾ ਕੈਬਨਿਟ 'ਚ ਇੰਸ਼ੋਰੈਂਸ ਹੋਈ ਤੀ ਵੀ ਜਿਸ ਦਿਨ ਕਾਨੂੰਨ ਆਊਗਾ MSP ਨੂੰ ਗਰੰਟੀ ਬਣਾਵਾਂਗੇ। ਈਵਨ ਐਗਰੀਕਲਚਰ ਮਿਨਿਸਟਰ ਨੇ ਲਿਖ ਕੇ ਦਿੱਤਾ ਸੀਗਾ ਸਾਨੂੰ। ਜਦੋਂ ਉਹ ਬੇਈਮਾਨ ਹੋ ਗਏ, ਅਸੀਂ ਲੋਕ ਸਭਾ 'ਚ ਵੀ ਅਸਤੀਫਾ ਦਿਆ, ਰਾਜ ਸਭਾ 'ਚ ਵੀ ਅਸਤੀਫਾ ਦਿਆ। ਉਸ ਤੋਂ ਬਾਅਦ ਅਸੀਂ ਸਮਝੌਤਾ ਵੀ ਤੋੜਿਆ। ਚਲੋ ਕਹਿ ਦਿੰਦੇ ਆ ਵੀ ਵੋਟਾਂ ਕਰਕੇ ਤੋੜਿਆ। ਮੈਂ ਸਾਰਿਆਂ ਦੀ ਗੱਲ ਮੰਨ ਲਈ ਵੀ ਅਸੀਂ ਜੀ ਵੋਟਾਂ ਕਰਕੇ ਤੋੜਦੇ। ਚਲੋ ਇਹ ਗੱਲ ਮੰਨ ਲਿਓ ਤੁਸੀਂ। ਤੁਸੀਂ ਮੈਨੂੰ ਦੱਸੋ ਵੀ ਵੋਟਾਂ ਕਰਕੇ ਅਮਰਿੰਦਰ ਸਿੰਘ ਨੇ ਕਿਉਂ ਨਹੀਂ ਕਾਂਗਰਸ ਤੋਂ ਰਿਜ਼ਾਈਨ ਦਿਆ? ਰਾਹੁਲ ਗਾਂਧੀ ਨੇ ਤਿੰਨੇ ਕਾਲੇ ਕਾਨੂੰਨ 2019 ਦੇ ਮੈਨੀਫੈਸਟੋ 'ਚ ਪਾਏ, ਇਹਨਾਂ ਨੂੰ ਬਣਦੇ ਸਤਾਰ ਵੀ ਜੇ ਮੈਂ ਪ੍ਰਾਈਮ ਮਿਨਿਸਟਰ ਬਣਿਆ ਮੈਂ ਲਾਗੂ ਕਰਾਂਗਾ। ਮਨਮੋਹਨ ਸਿੰਘ ਨੇ ਆਪਣੀ ਗਵਰਨਮੈਂਟ 'ਚ ਲੋਕ ਸਭਾ 'ਚ ਬਿੱਲ ਲੈ ਕੇ ਆਉਣਾ। ਗੈਟ ਸਮਝੌਤਾ ਕਾਂਗਰਸ ਨੇ ਲਾਗੂ ਕਰਿਆ। ਇੱਥੇ ਬਸ ਨਹੀਂ, ਅਮਰਿੰਦਰ ਸਿੰਘ ਹਾਈ ਪਾਵਰਡ ਕਮੇਟੀ ਦੀ ਮੀਟਿੰਗ ਦਾ ਮੈਂਬਰ ਸੀਗਾ ਜਿਹਨੇ ਤਿੰਨੇ ਬਿੱਲ ਰਿਕਮੈਂਡ ਕਰੇ। ਇੱਕ ਵੀ ਆਬਜੈਕਸ਼ਨ ਦੱਸ ਦੇਣ। ਮਨਪ੍ਰੀਤ ਬਾਦਲ ਜਿਹੜਾ ਅੱਜ ਦਾ ਖਜ਼ਾਨਾ ਮੰਤਰੀ, ਉਹ ਮੀਟਿੰਗਾਂ 'ਚ ਆਉਂਦਾ ਰਿਹਾ ਔਰ ਅੱਜ ਉਹ ਬਿੱਲੀ ਥੈਲੇ ਤੋਂ ਬਾਹਰ ਆ ਗਈ। ਅਮਰਿੰਦਰ ਸਿੰਘ ਮਿੱਤ ਸਾਹਿਬ ਨੂੰ ਵੀ ਮਿਲ ਰਿਹਾ, ਨਰਿੰਦਰ ਮੋਦੀ ਨੂੰ ਮਿਲ ਰਿਹਾ। ਪਤਾ ਨਹੀਂ ਉਹਨਾਂ ਨਾਲ ਅਲਾਈਅੰਸ ਕਰਕੇ ਕੱਲ੍ਹ ਨੂੰ ਪੰਜਾਬ 'ਚ ਇਲੈਕਸ਼ਨ ਵੀ ਲੜੇ। ਸੋ ਮਤਲਬ, ਔਰ ਦੱਸੋ ਤੁਸੀਂ ਪੰਜਾਬ ਦੇ ਅੰਦਰ ਕਿਹੜੇ ਆਪ ਦੇ ਲੀਡਰ ਨੇ, ਇੱਕ ਪੰਚ ਨੇ ਅਸਤੀਫਾ ਦਿਆ? ਕੇਜਰੀਵਾਲ ਨੇ ਤਿੰਨੇ ਬਿੱਲ ਪੂਰੇ ਹਿੰਦੁਸਤਾਨ 'ਚ ਸਭ ਤੋਂ ਪਹਿਲਾਂ ਨੋਟੀਫਾਈ ਕਰਕੇ ਦਿੱਲੀ 'ਚ ਲਾਗੂ ਕਰਤੇ। ਕਿਸੇ ਆਪ ਆਦਮੀ ਪਾਰਟੀ ਦੇ ਇੱਕ ਪੰਚ ਨੇ ਅਸਤੀਫਾ ਦਿਆ? ਯਾਰ ਸੈਂਟਰਲ ਗਵਰਨਮੈਂਟ ਦੇ ਮਿਨਿਸਟਰ ਦੀ ਕੁਰਸੀ CM ਲੈਵਲ ਦੀ ਕੁਰਸੀ ਹੁੰਦੀ ਆ। ਜਦੋਂ ਕੇਜਰੀਵਾਲ ਨੇ ਦਿੱਲੀ 'ਚ ਨੋਟੀਫਾਈ ਕਰਦੇ ਤੇ ਫਿਰ ਭਗਵੰਤ ਮਾਨ ਨੂੰ ਅਸਤੀਫਾ ਨਹੀਂ ਉਸੇ ਦਿਨ ਦੇਣਾ ਚਾਹੀਦਾ? ਤਾਂ ਪੰਜਾਬ ਪ੍ਰੇਮੀ ਹੋਣ ਦੇ ਨਾਤੇ ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਨੇ ਬੀਇੰਗ ਪੰਜਾਬੀਆਂ ਦੀ ਪਾਰਟੀ 30 ਸਾਲ ਅਲਾਇੰਸ BJP ਤੋਂ ਤੋੜਿਆ, ਤੇ ਜਿਸ ਦਿਨ ਕੇਜਰੀਵਾਲ ਨੇ ਦਿੱਲੀ 'ਚ ਤਿੰਨੇ ਕਾਨੂੰਨ ਨੋਟੀਫਾਈ ਕਰੇ, ਭਗਵੰਤ ਮਾਨ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ? ਤਾਂ ਕਿਸੇ MLA ਨੇ ਅਸਤੀਫਾ ਦਿਆ? ਕਿਸੇ MC ਨੇ ਅਸਤੀਫਾ ਦਿਆ? ਕਾਂਗਰਸ ਨੇ ਇੱਕ ਡਰਾਮਾ ਕਰਿਆ, ਨਾਗਰੇ ਤੋਂ ਅਸਤੀਫਾ ਦਵਾ ਦਿਆ ਤੇ ਉਹਨੂੰ ਕਹਿ ਦਿੱਤਾ ਵੀ ਤੁਸੀਂ ਇਹਨੂੰ ਕਬੂਲ ਨਾ ਕਰੋ। ਔਰ ਮੈਂ ਸ਼ਰਮਾ ਜੀ, ਬੇਸ਼ੱਕ ਕਿਸਾਨੀ ਸੰਘਰਸ਼ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ ਤੇ ਜਿਹੜੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਉਹਦੇ ਸੰਦਰਭ ਦੇ ਵਿੱਚ ਵੀ ਤੁਸੀਂ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਟਰੈਕਟਰ ਰੈਲੀ ਵੀ ਕੀਤੀ, ਧਰਨੇ ਵੀ ਲਾਏ ਨੇ। ਪਰ ਆਮ ਲੋਕਾਂ ਦਾ ਇਹ ਕਹਿਣਾ ਹੈ ਕਿ ਜਦੋਂ ਤੁਸੀਂ ਰੈਲੀ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਵਾਲੇ, ਉਦੋਂ ਨਾ ਕਿ ਕਿਸਾਨੀ ਦਾ ਪ੍ਰਚਾਰ ਕਰਦੇ ਹੋ, ਜਦ ਕਿ ਆਪ ਦੀ ਹੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਲੈ ਕੇ ਆਪਣਾ ਹੀ ਪ੍ਰਚਾਰ ਕਰਦੇ ਹੋ, ਆਪਣਾ ਹੀ ਸ਼ਕਤੀ ਪ੍ਰਦਰਸ਼ਨ ਕਰਦੇ ਹੋ ਤੁਸੀਂ।
ਮੈਂ ਹੈਰਾਨ ਆ ਯਾਰ, ਆਮ ਆਦਮੀ ਕਿਹਨੂੰ ਕਹੋਗੇ ਤੁਸੀਂ? 750 ਟਰੈਕਟਰ ਅਸੀਂ ਖਰੀਦ ਕੇ ਲਿਆਏ ਤੇ ਉਸ ਦਿਨ ਹਲਕੇ ਦੇ ਟਰੈਕਟਰ ਸੀਗੇ ਨਾ। ਜਿਹੜਾ ਮਰਜ਼ੀ ਉਹ ਝੰਡਾ ਲਾ ਕੇ, ਜੇ ਅਕਾਲੀ ਦਲ ਦੇ ਵਰਕਰ ਨੇ ਆਪਣਾ ਝੰਡਾ ਲਾ ਲਿਆ, ਫਿਰ ਕਿਸੇ ਦੇ ਢਿੱਡ 'ਚ ਦਰਦ ਕਿਆ ਹੈਗਾ? ਤੁਸੀਂ ਦੱਸੋ ਤਕਲੀਫ ਕਿਆ? ਗੱਲ ਤਾਂ ਕਿਸਾਨੀ ਦੀ ਹੋ ਰਹੀ ਨਾ, ਗੱਲ ਤਾਂ ਮੁਆਵਜ਼ਾ ਦਿਵਾਉਣ ਦੀ ਹੋ ਰਹੀ ਨਾ, ਗ੍ਰਿਫਤਾਰੀ ਦਾ ਮੁਆਵਜ਼ਾ ਦਿਵਾਉਣ ਵਾਸਤੇ ਹੋ ਰਹੀ ਨਾ। ਉੱਥੇ ਕਿਸਾਨੀ ਦੇ ਝੰਡੇ ਵੀ ਲੱਗਦੇ ਆ, ਦੂਸਰੇ ਵੀ ਲੱਗਦੇ ਆ। ਹੁਣ ਤੁਸੀਂ ਸੋਚੋ ਹੋ ਕਿਆ ਰਿਹਾ ਹੈਗਾ? ਕਿਸਾਨ ਜਿਹੜੀ ਜਥੇਬੰਦੀ ਆ, ਜਿਹੜੀ ਉਸ ਦਿਨ ਕਿਆ ਹੋਇਆ, ਇਹਨਾਂ ਨੇ ਫੋਨ ਕਰੇ ਪਿੰਡਾਂ 'ਚ ਵੀ ਕੋਈ ਟਰੈਕਟਰ ਲੈ ਕੇ ਨਾ ਆਏ, ਵੀ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਦੀ ਮਦਦ ਵਾਸਤੇ ਨਹੀਂ ਇੱਥੇ ਹਲਕੇ 'ਚ। ਇਹਨਾਂ ਨੇ ਸਾਰੇ ਪਿੰਡਾਂ 'ਚ ਫੋਨ ਕਰੇ, ਟਰੈਕਟਰ ਵੀ ਰੋਕੇ ਰਸਤੇ 'ਚ। ਤੇ ਝੰਡੇ ਸਾਡੇ ਨਾਲ, ਜੇ ਅਸੀਂ ਇੱਦਾਂ ਇਹਨਾਂ ਦਾ ਝੰਡਾ ਲਾ ਦਿੰਦੇ, ਇਹਨਾਂ ਨੇ ਤਾਂ ਰੌਲਾ ਪਾ ਲੈਣਾ ਦਾ ਵੀ ਸਾਡਾ ਝੰਡਾ ਲਾ ਕੇ ਕਿਉਂ ਜਾ ਰਹੇ ਆ, ਫਿਰ ਉੱਥੇ ਕਲੈਸ਼ ਹੋਣਾ ਤਾਂ। ਲੰਗੇ ਕੱਲ ਵੀ ਜਦੋਂ ਕਿਹੜੀ ਜਥੇਬੰਦੀ ਦਾ ਲਾਈਏ? 33 ਜਥੇਬੰਦੀਆਂ। ਤੁਸੀਂ ਦੱਸੋ ਮੈਨੂੰ। ਅਸੀਂ ਕਿਸਾਨ ਅੰਦੋਲਨ ਕਰਨਾ ਹੈਗਾ, ਚਲੋ ਕਿਸਾਨਾਂ ਦੇ ਹੱਕਾਂ ਦੀ ਲੜਾਈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਲੜਨੀ ਆ, ਚਾਹੇ ਸਾਨੂੰ ਕੋਈ ਝੰਡੇ ਦਿਖਾਏ, ਚਾਹੇ ਸਾਡੇ ਘਰਾਂ 'ਚ ਬੈਠੇ, ਚਾਹੇ ਕੋਈ ਐਜੀਟੇਸ਼ਨ ਕਰੇ। ਹਾਂ, ਸਾਡੇ ਘਰਾਂ 'ਚ ਧਰਨੇ ਲਾਣ 'ਚ ਅੰਦੋਲਨ ਤਕੜਾ ਹੁੰਦਾ ਜੀ, ਸਦਕੇ ਲਾਣ। ਅਸੀਂ ਤਾਂ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨੀ ਓ ਕਰਨੀ ਆ, ਕੋਈ ਨਹੀਂ ਰੋਕ ਸਕਦਾ। ਹੁਣ ਸੁਖਬੀਰ ਬਾਦਲ ਜੀ ਉੱਥੇ ਸੁੰਡੀ ਦੇਖਣ ਗਿਆ ਜ਼ਿਮੀਂਦਾਰਾਂ ਦੀ, ਫਿਰ ਢਿੱਡ 'ਚ ਦਰਦ ਹੋਊਗੀ ਕਾਂਗਰਸ ਔਰ ਆਪ ਵਾਲਿਆਂ ਦੇ। ਦੱਸੋ ਭਾਈ, ਜੇ ਕਿਸੇ ਜ਼ਿਮੀਂਦਾਰ ਦਾ ਦਰਦ ਸੁਣ ਸੁਖਬੀਰ ਬਾਦਲ ਚਲੇ ਗਿਆ, ਤੁਹਾਡੇ ਢਿੱਡ 'ਚ ਕਿਆ ਦਰਦ ਆ? ਉੱਥੇ ਕਾਲੇ ਝੰਡੇ ਦਿਖਾਉਣ ਲੱਗੇ ਕਾਂਗਰਸ ਔਰ ਆਪ ਵਾਲੇ। ਆਪ ਕੱਖ ਕਰਨਾ ਨਹੀਂ, ਕਿਸੇ ਨੂੰ 1 ਰੁਪਈਆ ਮੁਆਵਜ਼ਾ ਨਹੀਂ ਦੇਣਾ। ਜਦੋਂ ਸਾਡੇ ਵਾਲਾ ਜਾਂਦਾ ਹੈਗਾ, ਵੈਸੇ ਤਾਂ ਦੇਖੋ ਮੈਂ ਤੁਹਾਨੂੰ ਇੱਕ ਕਲੀਅਰ ਕਰਾਂ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਇੱਕ ਅਨਾਉਂਸਮੈਂਟ ਕਰ ਦੇਣੀ ਚਾਹੀਦੀ ਆ ਵੀ ਜਿਹੜਾ ਵੀ ਕਿਸਾਨ ਮੋਰਚੇ ਵੱਲੋਂ ਕਿਸੇ ਦਾ ਵਿਰੋਧ ਕਰਨ ਚਲਿਆ ਗਿਆ, ਉਹ ਕਿਸੇ ਪਾਰਟੀ 'ਚ ਨਹੀਂ ਮੁੜ ਕੇ ਜਾਊਗਾ। ਕਿਸੇ ਪਾਰਟੀ ਦਾ ਮੈਂਬਰ ਉਸੇ ਦਿਨ ਮੈਂਬਰ ਤੋਂ ਰਿਜ਼ਾਈਨ ਦੇਊਗਾ ਔਰ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕਰ ਸਕੂਗਾ। ਦੇਖ ਲਿਓ ਜੇ ਇੱਕ ਵੀ ਝੰਡਾ ਦਿਖਾਣਾ ਜੇ। ਇਹ ਆਪ ਵਰਗੇ ਕਾਂਗਰਸ ਵਰਗੇ ਲੀਡਰ ਚੱਕ ਕੇ ਭੇਜ ਦਿੰਦੇ ਆ। ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਆ, ਅਸੀਂ ਕਿਸਾਨਾਂ ਦੀ ਲੜਾਈ ਲੜ ਰਹੇ ਆ। ਉਹਦੇ ਜਿਹੜੇ ਤੁਸੀਂ ਝੰਡਿਆਂ ਦੀ ਗੱਲ ਕਰਦੇ ਆ ਨਾ, ਸਾਡੇ ਕੋਲ ਦੱਸੋ ਅਸੀਂ 33 ਜਥੇਬੰਦੀਆਂ ਤੋਂ ਕਿਹਦਾ ਝੰਡਾ ਲਾਵਾਂ? ਉਹ ਸਾਨੂੰ ਕਹਿ ਦੇਣ ਵੀ ਜਿੱਥੇ ਵੀ ਅਕਾਲੀ ਦਲ ਨੇ ਭਾਈ ਰੈਲੀ ਕਰਨੀ ਆ, ਉੱਥੇ ਸੰਯੁਕਤ ਕਿਸਾਨ ਮੋਰਚੇ ਦਾ ਝੰਡਾ ਤੁਸੀਂ ਯੂਜ਼ ਕਰ ਸਕਦੇ ਹੋ, ਤੁਸੀਂ ਮੈਨੂੰ ਪਰਮਿਸ਼ਨ ਦਵਾ ਦਿਓ। ਤੁਸੀਂ ਦੇਖੋ ਸਾਡੀ ਰੈਲੀ 'ਚ ਸਾਰੇ ਲੱਗੇ ਹੋਣਗੇ, ਸਮਝ ਗਏ ਨਾ? ਉੱਥੇ ਵੀ ਵਿਰੋਧ ਹੋਣਾ ਹੈਗਾ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਝੰਡਾ ਬਣਾਇਆ ਹੋਇਆ, ਸਾਡਾ ਨਾਰਾ ਕਿਸਾਨ ਪਿਆਰਾ। ਅਸੀਂ ਉਹ ਝੰਡਾ, ਇੱਕੋ ਨਾਰਾ ਕਿਸਾਨ ਪਿਆਰਾ, ਉਹ ਸਾਡਾ ਨਾਰਾ ਆ। ਅਸੀਂ ਉਹ ਝੰਡਾ ਆਪਣੇ ਝੰਡੇ ਦੇ ਨਾਲ ਲਾ ਕੇ ਹਰੇਕ ਜਗ੍ਹਾ ਜਾਂਦੇ ਹੈਗੇ। ਸ਼ਰਮਾ ਜੀ, ਜਦੋਂ ਲੰਘੇ ਕੱਲ ਤੁਸੀਂ ਦੱਪਰ ਟੋਲ ਪਲਾਜ਼ਾ ਤੇ ਗਏ ਇਸ ਵਿਵਾਦ ਨੂੰ ਨਿਪਟਾਉਣ ਵਾਸਤੇ, ਤੁਸੀਂ ਜਾ ਕੇ ਮਾਫੀ ਵੀ ਮੰਗੀ ਹੈ, ਪਰ ਕਿਸਾਨਾਂ ਦਾ ਇਹ ਕਹਿਣਾ ਸੀ, ਰੋਸ ਸੀ ਉਹਨਾਂ ਦੇ ਵਿੱਚ ਵੀ ਤੁਸੀਂ ਇਸ ਕਰਕੇ ਉੱਥੇ ਆਏ ਸੀ। ਪਹਿਲਾਂ ਹੀ ਗੱਲ ਹੋਈ ਸੀ ਕਿ ਤੁਸੀਂ ਟੋਨੀ ਰਾਣਾ ਨੂੰ ਲੈ ਕੇ ਉੱਥੇ ਮਾਫੀ ਮੰਗਾਓਗੇ, ਜਦ ਕਿ ਤੁਸੀਂ ਇਕੱਲੇ ਹੀ ਉੱਥੇ ਪਹੁੰਚ ਗਏ ਹੋ। ਯਾਰ ਮੈਨੂੰ ਸਮਝ ਨਹੀਂ ਆਉਂਦੀ। ਦੇਖੋ ਆਪਣਾ ਐਡਾ ਵੱਡਾ ਅਦਾਰਾ ਆ, ਆਪਾਂ ਟੋਨੀ ਰਾਣੇ ਨੂੰ ਇੱਕ ਮੁੱਦਾ ਬਣਾ ਰਹੇ ਆ। 1-2 ਕਿਸਾਨਾਂ ਦੀ ਝੜਪ ਹੋਈ ਆ ਕਿਸੇ ਨਾਕੇ ਤੇ, ਉਹਦੇ ਤੇ ਪਰਚਾ ਕਰਵਾ ਦੇਣਾ, ਉਹਦੇ ਤੇ ਕਾਰਵਾਈ ਹੋ ਜੇ, ਗੱਲ ਖਤਮ। ਗੱਲ ਤਾਂ ਮੁੱਦਾ ਦਾ ਕਿਸਾਨੀ ਦਾ। ਮੈਂ ਕਿਉਂ ਗਿਆ ਦਾ ਉੱਥੇ? ਉਹ ਕਿਸਾਨ ਥੋੜੀ ਤੇ ਜਿਹੜੇ ਉੱਥੇ ਧਰਨ, ਜਿਹੜੇ ਉਹ ਮੁੰਡੇ ਮੰਡੇ ਜੇ ਘੁੰਮ ਰਹੇ, ਉਹ ਤਾਂ ਆਪ ਦੇ ਵਰਕਰ ਤੇ ਕਾਂਗਰਸ ਦੇ ਤੇ। ਉੱਥੇ ਉਹ ਮੁਕੇਸ਼ ਰਾਣਾ ਦੱਸੇ ਕਿਹੜਾ ਕਿਸਾਨ ਹੋਇਆ? ਟੋਨੀ ਇਹ ਕਹਿ ਰਹੇ ਉਹਨੂੰ ਨਰਮੈਲ ਚੌਲਾ ਕਿਹੜਾ ਕਿਸਾਨ ਹੋਇਆ? ਹੁਣ ਮੈਂ ਸਾਰਿਆਂ ਦੀ ਗੱਲਾਂ ਨਹੀਂ ਕਰਦਾ, ਮੇਰਾ ਲੈਵਲ ਨਹੀਂ ਹੈ। ਜਿਹੜੇ ਬੰਦੇ ਨਰੇਗਾ ਦੇ ਕਾਰਡ ਤੱਕ ਬਣਾ ਕੇ ਤੁਰ ਰਹੇ ਹੈਗੇ ਆ, ਉਹ ਦੱਸੋ ਕਿਹੜੇ ਕਿਸਾਨ? ਮੈਂ ਤਾਂ ਸਿਰਫ ਆਪਣੇ ਹਲਕੇ ਦੇ ਲੋਕਾਂ ਦੀ ਭਾਵਨਾਵਾਂ ਦੀ ਕਦਰ ਕਰਦਾ ਹੋਇਆ ਸੰਯੁਕਤ ਕਿਸਾਨ ਮੋਰਚੇ ਕੋਲ ਗਿਆ ਤਾਂ ਵੀ ਆਪਾਂ ਕੇਂਦਰ ਦੇ ਸਰਕਾਰ ਦੇ ਖਿਲਾਫ ਲੜਾਈ ਲੜਨੀ ਆ। ਮੇਰੇ ਵਾਸਤੇ ਤੁਸੀਂ ਮੈਨੂੰ ਹੁਕਮ ਦੱਸੋ। ਮੈਨੂੰ ਕਹਿਣ ਲੱਗੇ ਵੀ 2 ਹੀ ਕੰਮ ਵੀ ਆਦਾ। ਦੇਖੋ ਵੈਸੇ ਤਾਂ ਜਦੋਂ ਮੇਰੀ ਇੱਕ ਬੇਨਤੀ ਆ, ਜ਼ਿੰਮੇਵਾਰ ਹਾਂ, ਦੋਨੇ ਪਾਰਟੀਆਂ ਨੂੰ ਬੁਲਾ ਕੇ ਸੁਣਵਾਈ ਕਰਨੀ ਚਾਹੀਦੀ ਆ, ਉਸ ਤੋਂ ਬਾਅਦ ਕਿਸੇ ਦੇ ਖਿਲਾਫ ਕਾਰਵਾਈ ਕਰਨ। 4 ਦਿਨ ਹੋ ਗਏ ਮੈਂ, ਤੁਸੀਂ ਦੱਸੋ ਮੈਨੂੰ ਮੌਕਾ ਕਦ ਆ? ਪਹਿਲੇ ਦਿਨ 27 ਤਰੀਕ ਨੂੰ ਮੈਂ ਉਹ ਮੁੰਡੇ ਸਾਰੇ ਆਪ ਬੁਲਾਏ, ਉਹਨਾਂ ਨਾਲ ਗੱਲਬਾਤ ਕਰੀ। ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੂੰ ਕਿਹੜਾ ਅਗਲੇ ਦਿਨ ਜਾਰੀ ਕਰ ਦਿਆ ਵੀ ਰੈਲੀ ਦਾ ਤੁਸੀਂ ਜਿਹੜੇ ਕਿਸਾਨਾਂ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਹਾਂ ਦਾ ਨਾਰਾ ਮਾਰ ਰਿਹਾ, ਉਹਦਾ ਵਿਰੋਧ ਕਰੋ। ਦੂਸਰੇ ਦਿਨ ਅਨਾਉਂਸ ਕਰਦੇ ਆ NK ਸ਼ਰਮੇ ਦੇ ਦਫ਼ਤਰ 'ਚ ਤੁਸੀਂ ਜਾ ਕੇ ਧਰਨਾ ਦਿਓ। ਮੇਰੇ ਦਫ਼ਤਰ ਧਰਨਾ ਦੇਣ ਤੋਂ ਪਹਿਲਾਂ ਮੈਨੂੰ ਉਹਨਾਂ ਨੇ ਦੱਸਿਆ ਮੇਰਾ ਕਸੂਰ ਕਿਆ? ਤੂੰ ਦੱਸ ਮੇਰਾ ਕਿਆ ਕਸੂਰ ਆ? ਮੇਰਾ ਕਸੂਰ ਦੱਸਿਆ। ਮੈਨੂੰ ਕਹਿੰਦੇ ਵੀ ਯਾਰ ਟੋਨੀ ਨੂੰ ਜਾਂ ਤਾਂ ਪਾਰਟੀ ਤੋਂ ਕੱਢ ਜਾਂ ਮਾਫੀ ਮੰਗਵਾ। ਠੀਕ ਹੈ ਨਾ, ਮੇਰੇ ਪਾਸ ਹੋਰ ਕਿਆ? ਸ਼ਰਮਾ ਜੀ, ਮਾਹੌਲ ਸਾਜ਼ਗਾਰ ਰਵੇ ਹਲਕੇ ਦਾ, ਕੋਈ ਇਹ ਵਿਵਾਦ ਹੋਰ ਤੂਲ ਨਾ ਬਣੇ ਫੜੇ, ਇਸ ਕਰਕੇ ਵੀ ਤੁਹਾਡੇ ਵੱਲੋਂ ਵੀ ਇਸ ਨੂੰ ਵਿਰਾਮ ਲਾਉਣ ਲਈ
ਕੀ ਵਿਉਂਤਬੰਦੀ ਕੀਤੀ ਜਾ ਰਹੀ ਹੈ ਜਾਂ ਕੀ ਪਲਾਨ ਕੀਤਾ ਜਾ ਰਿਹਾ? ਵਿਉਂਤਬੰਦੀ ਗਿਆ ਜਦੋਂ ਇੱਕ ਬੰਦੇ ਨੇ ਸਹੁੰ ਖਾ ਲਈ ਕਾਂਗਰਸ ਆਪ ਨੇ ਵੀ ਰੌਲਾ ਪਾਉਣਾ ਯਾਰ ਕਿਸੇ ਗੱਲ ਤੇ, ਮੈਂ ਤਾਂ ਧਰਨੇ ਤੇ ਗਿਆ 2 ਘੰਟੇ ਬੈਠ ਕੇ ਆਇਆ, ਸਾਰੇ ਵੀਰਾਂ ਨੂੰ ਸੰਬੋਧਨ ਕਰਕੇ ਆਇਆ ਆਪ ਐਜ਼ ਐਨ MLA। ਜੇ ਸਾਰੇ ਹਲਕੇ 'ਚ ਵੀ ਕੋਈ ਗਲਤੀ ਹੋਈ ਮੈਂ ਉਹ ਤੋਂ ਵੀ ਮਾਫੀ ਮੰਗ ਕੇ ਆਇਆ, ਮੈਂ ਕਹਿ ਕੇ ਆਇਆ। ਮੈਂ ਫਿਰ ਵੀ ਬੇਨਤੀ ਕਰ ਰਿਹਾ ਵੀ ਜੇ ਕਿਸਾਨ ਅੰਦੋਲਨ ਤਕੜਾ ਹੁੰਦਾ ਹੈਗਾ ਮੇਰੇ ਘਰ ਧਰਨਾ ਲਾਉਣ ਤੇ ਵੀ ਮੈਂ ਤੁਹਾਨੂੰ ਟੈਂਟ ਲਾ ਕੇ ਦੇ ਦਿਆਂ, ਆਪਣੇ ਪੁਤਲੇ ਬਣਾ ਕੇ ਦੇ ਦਿਆਂ ਵੀ ਆ ਜਾਓ ਲਾਓ ਟੈਂਟ ਪੁੱਤਕੋ ਮੇਰੇ ਪੁਤਲੇ ਖਿਲਾਫ ਕਰੋ ਨਾਅਰੇਬਾਜ਼ੀ। ਜੇ ਮੇਰੇ ਨਾਅਰੇਬਾਜ਼ੀ ਕਰਨ ਨਾਲ 3 ਕਾਨੂੰਨ ਵਾਪਸ ਹੁੰਦੇ ਆ, ਮੈਂ ਤੁਹਾਡੇ ਧਰਨੇ ਤੇ ਉੱਥੇ ਹੀ ਆ ਜਾ, ਰੋਜ਼ ਆ ਜਾਇਆ ਕਰੂੰਗਾ 8 ਵਜੇ ਟੋਲ ਪਲਾਜ਼ਾ ਤੇ। ਤੁਸੀਂ ਮੇਰੇ ਸਾਹਮਣੇ ਬੈਠ ਕੇ ਨਾ ਮੇਰੇ ਨਾਅਰੇ ਵੀ ਲਾਈ ਜਾਇਆ ਕਰੋ, ਮੇਰੇ ਪੁਤਲੇ ਵੀ ਫੂਕੀ ਜਾਇਆ ਕਰੋ, ਮੈਨੂੰ ਗਾਲਾਂ ਵੀ ਕੱਢੀ ਜਾਇਆ ਕਰੋ। ਅੰਦੋਲਨ ਤਕੜਾ ਹੋਣਾ ਚਾਹੀਦਾ, ਮੈਨੂੰ ਗਾਲਾਂ ਖਾਣੀ ਆ, ਪੁਤਲੇ ਫੁਕਵਾਉਣੇ ਆ, ਮੇਰੇ ਧਰਨੇ ਲਾਣੇ, ਮੈਨੂੰ ਕੋਈ ਅਫਸੋਸ ਨਹੀਂ ਉਸ ਗੱਲ ਦਾ। ਮੈਂ ਦੱਸ ਤੁਸੀਂ ਦੱਸ ਮੈਂ ਕੀ ਕਰਾਂ? ਮੈਂ ਤਾਂ ਇਹੀ ਕਰ ਸਕਦਾ ਜੋ ਮੈਂ ਕਿਹਾ ਮੈਂ ਕਰਿਆ ਆ। ਹੁਣ ਤਾਂ ਜਿਹੜੇ ਜ਼ਿੰਮੇਵਾਰ ਆਦਮੀ ਆ ਉਹ ਪਤਾ ਨਹੀਂ ਹੁਣ ਪੋਲੀਟੀਕਲ ਲੋਕਾਂ ਦੀ ਕਠਪੁਤਲੀ ਬਣਨਗੇ ਜਾਂ ਆਪਣਾ ਦਿਮਾਗ ਤੋਂ ਫੈਸਲਾ ਲੈਣਗੇ। ਮੈਂ ਫਿਰ ਸੰਯੁਕਤ ਕਿਸਾਨ ਮੋਰਚੇ ਨੂੰ ਬੇਨਤੀ ਕਰਦਾ ਵੀ ਤੁਸੀਂ ਦਿਮਾਗ ਤੋਂ ਫੈਸਲਾ ਲਿਓ। ਸਾਰੇ ਪੰਜਾਬ 'ਚ ਜੇ ਕਿਤੇ 2 ਕਿਸਾਨ ਆਪਸ 'ਚ ਲੜ ਗਏ, ਤੁਸੀਂ ਮੈਨੂੰ ਦੱਸੋ ਵੀ ਕੋਈ ਇੱਕ ਐਗਜ਼ਾਮਪਲ ਹੈ ਵੀ ਉਸ ਲੀਡਰ ਦੇ ਘਰ ਜਾ ਕੇ ਇਹਨਾਂ ਨੇ ਧਰਨਾ ਦਿਆ ਹੋਵੇ? ਫਿਰ ਮੈਂ ਬੇਨਤੀ ਕਰਦਾ ਵੀ ਤੁਸੀਂ ਮੇਰੇ ਘਰ ਵੀ ਧਰਨਾ ਲਾਓ। ਦਪਿੰਦਰ ਢਿੱਲੋਂ ਜਿਹਦਾ ਉਹ ਰੇਤਾ ਚੱਕ ਕੇ ਵੇਚਦਾ, ਜਿਹਦਾ ਉਹ ਪਾਰਟਨਰ ਆਨੰਦੀ, ਉਹਦੇ ਘਰ ਵੀ ਇੱਕ ਧਰਨਾ। ਸ਼ਰਮਾ ਜੀ, ਜਿਵੇਂ ਪੰਜਾਬ ਦੇ ਵਿੱਚ ਐਕਸਪ੍ਰੈਸ ਵੇ ਜਿਹੜਾ ਨਿਕਲ ਰਿਹਾ, ਜ਼ਿਮੀਂਦਾਰਾਂ ਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਉਹਨਾਂ ਦਾ ਰੇਟ ਕੱਢਿਆ ਗਿਆ। ਸ਼੍ਰੋਮਣੀ ਅਕਾਲੀ ਦਲ ਇਹ ਲੜਾਈ ਪਹਿਲੇ ਦਿਨ ਤੋਂ ਲੜ ਰਹੀ ਹੈ। ਤੁਸੀਂ DC ਨੂੰ ਵੀ ਮੈਮੋਰੰਡਮ ਦਿੱਤਾ ਹੈ ਤੇ ਰਾਜਪਾਲ ਨੂੰ ਵੀ ਦਿੱਤਾ ਹੈ। ਇਹਦੇ ਸੰਦਰਭ 'ਚ ਤੁਸੀਂ ਵਿਸਥਾਰ ਨਾਲ ਦੱਸੋ। ਜਿਹੜਾ ਇਹ ਐਕਸਪ੍ਰੈਸ ਵੇ ਬਣ ਰਿਹਾ ਨਾ, ਐਕਚੁਅਲੀ ਇਹਦਾ ਕੋਈ ਜ਼ਿਮੀਂਦਾਰਾਂ ਨੂੰ ਲਾਭ ਨਹੀਂ। ਐਕਚੁਅਲੀ ਜਦੋਂ ਸੜਕ ਅਕਵਾਇਰ ਹੁੰਦੀ ਹੈ ਨਾ, ਜ਼ਿਮੀਂਦਾਰਾਂ ਦੀ ਜ਼ਮੀਨਾਂ ਦੀ ਕੀਮਤ ਵੱਧ ਜਾਂਦੀ ਹੈ ਕਿਉਂਕਿ ਜ਼ਿਮੀਂਦਾਰਾਂ ਨੂੰ ਵੀ ਐਕਸੈਸ ਮਿਲਦੀ ਹੈ ਉੱਥੇ। ਇਹ ਕਾਰਪੋਰੇਟ ਵਾਸਤੇ ਐਕਸਪ੍ਰੈਸ ਵੇ ਸੈਂਟਰਲ ਗਵਰਨਮੈਂਟ ਬਣਾ ਰਹੀ ਹੈ, ਸੈਂਟਰਲ ਗਵਰਨਮੈਂਟ ਪੇਮੈਂਟ ਕਰਦੀ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦੱਸਾਂ, ਏਅਰਪੋਰਟ ਵਾਸਤੇ ਜ਼ਮੀਨ ਅਕਵਾਇਰ ਹੋਈ ਸੀਗੀ ਇੱਥੇ ਮੋਹਾਲੀ 'ਚ 300 ਏਕੜ। ਉਸ ਟਾਈਮ ਝੂਰ ਰੇੜੀ 'ਚ 30 ਲੱਖ ਰੁਪਏ ਕਿੱਲੇ ਦਾ ਰੇਟ ਸੀਗਾ, ਮਾਰਕੀਟ ਰੇਟ। ਅੱਜ ਤੋਂ 15 ਸਾਲ ਪਹਿਲਾਂ ਬਾਲ ਸਾਹਿਬ ਨੇ ਉੱਥੇ 1.5 ਕਰੋੜ ਰੁਪਇਆ ਕੀਮਤ ਦਈ। ਸਾਰੇ ਮੋਹਾਲੀ 'ਚ ਤੁਸੀਂ ਚੈੱਕ ਕਰ ਲਿਓ, 1.5 ਕਰੋੜ ਤੋਂ ਘੱਟ ਕੋਈ ਜ਼ਮੀਨ ਅਕਵਾਇਰ ਨਹੀਂ ਹੋਈ। ਪਟਿਆਲਾ ਪਿੰਡ ਆ ਹੁਣ ਖਰੜ 'ਚ, ਮੈਂ ਦੱਸਾਂ ਤੁਹਾਨੂੰ 3 ਕਰੋੜ ਰੁਪਏ ਅਸੀਂ ਏਕੜ ਜ਼ਮੀਨ ਦੀ ਕੀਮਤ ਦਈ ਤੇ ਕਾਂਗਰਸ ਸਰਕਾਰ ਨੇ ਹੁਣ ਕੀਮਤ ਫਿਕਸ ਕਰੀ ਹੈ 1 ਕਰੋੜ 40 ਲੱਖ ਰੁਪਏ। ਇਹ ਕਹਿੰਦੇ ਆ ਜੀ ਇਹ ਸੈਂਟਰ ਦੇ ਪੈਸੇ ਆ, ਵੀ ਜੇ ਸੈਂਟਰ 30 ਲੱਖ ਰੁਪਏ ਵਾਲੀ ਜ਼ਮੀਨ ਦਾ 1.5 ਕਰੋੜ ਰੁਪਏ ਮੋਹਾਲੀ ਏਅਰਪੋਰਟ ਤੇ ਦੇ ਸਕਦਾ ਆ, ਮੇਰੇ ਹਲਕੇ 'ਚ 28 ਲੱਖ ਰੁਪਏ ਕਿਉਂ ਦੇ ਰਿਹਾ ਹੈਗਾ? ਡਰਾਮਾ ਸਿਰਫ ਕਿਸਾਨਾਂ ਦੇ ਨਾਲ ਸਰਾਸਰ ਧੋਖਾ। ਕਿਸਾਨਾਂ ਨੂੰ ਮਾਰਨ ਵਾਲੀ ਇਹ ਸਰਕਾਰ ਆ, ਪਰ ਇਹਦੇ ਖਿਲਾਫ ਕੋਈ ਕਿਸਾਨ ਜਥੇਬੰਦੀ ਬੋਲਣ ਨੂੰ ਤਿਆਰ ਨਹੀਂ। ਮੈਨੂੰ ਨਹੀਂ ਪਤਾ ਕਿਆ ਪ੍ਰੋਬਲਮ ਹੈਗੀ ਆ। ਸੋ ਮੈਂ ਤਾਂ ਆਪਣੇ ਹਲਕੇ ਦੇ ਲੋਕਾਂ ਦਾ, ਮੈਂ MLA ਹਾਂ। ਜਦੋਂ MLA ਬਣ ਗਿਆ ਫਿਰ ਕਾਂਗਰਸ ਦਾ ਵੀ ਜਿਹੜੇ ਵਰਕਰ ਆ ਉਹਨਾਂ ਦਾ ਵੀ MLA, ਆਪ ਦਾ ਵੀ ਆ, ਅਕਾਲੀਆਂ ਦਾ ਵੀ ਆ। ਸੋ ਇਹ ਤਾਂ ਨਹੀਂ ਹੈ ਵੀ ਜਿਹਨੇ ਕਿਸਾਨਾਂ ਦੀ ਜ਼ਮੀਨ ਅਕਵਾਇਰ ਹੋ ਰਹੀ ਹੈ ਉਹ ਇਕੱਲੇ ਅਕਾਲੀ ਆ। ਮੈਂ ਵਿਧਾਨ ਸਭਾ 'ਚ ਸਭ ਤੋਂ ਪਹਿਲਾਂ ਰੌਲਾ ਪਾਇਆ, ਮੈਂ ਕਿਹਾ ਜੀ ਇੱਕ ਤਾਂ ਦੋਨੇ ਪਾਸੇ ਸਲਿੱਪ ਰੋਡਾਂ ਬਣਾਓ ਤਾਂ ਕਿ ਕਿਸਾਨਾਂ ਨੂੰ ਐਕਸੈਸ ਮਿਲੇ। ਇੱਕ ਜਿਹੜੀ ਪਾਣੀ ਦੀ ਲਾਈਨ ਕ੍ਰਾਸ ਹੁੰਦੀ ਆ ਉਹਨੂੰ ਕ੍ਰਾਸਿੰਗ ਦਿਓ। ਇੱਕ ਜਿਸ ਤਰ੍ਹਾਂ ਸਾਡੀ ਸਰਕਾਰ 'ਚ ਜੇ ਸੈਂਟਰਲ ਵੀ ਕੋਈ ਜ਼ਮੀਨ ਅਕਵਾਇਰ ਕਰ ਦਿੱਤੀ ਨਾ, ਕਿਸਾਨਾਂ ਨੂੰ ਟਿਊਬਵੈੱਲ ਦਾ ਕਨੈਕਸ਼ਨ ਦੂਸਰੀ ਜਗ੍ਹਾ ਜਿਹੜੀ ਜ਼ਮੀਨ ਖਰੀਦਣੀ ਫ੍ਰੀ ਦੇ ਆ ਜਾਂਦਾ ਤਾਂ, ਦੂਸਰੀ ਜਗ੍ਹਾ ਜੇ ਕਿਸਾਨ ਜ਼ਮੀਨ ਖਰੀਦਦੇ ਤੇ ਉਹਨੂੰ ਸਟੈਂਪ ਡਿਊਟੀ ਮਾਫ ਕਰੀ ਜਾਂਦੀ ਸੀ। ਸਾਡੀ ਲੜਾਈ ਇਹ ਆ, ਸਲਿੱਪ ਰੋਡ ਬਣਾਓ, ਐਕਸੈਸ ਦਿਓ। ਜੇ ਕੋਈ ਟੁਕੜਾ ਬਚ ਜਾਂਦਾ ਹੈਗਾ, ਬਚ ਜਾਂਦਾ ਮੰਨ ਲਓ ਦੂਸਰੇ ਪਾਸੇ, ਉਹਦੀ ਕੰਪਨਸੇਸ਼ਨ ਦਿਓ ਜ਼ਿਮੀਂਦਾਰ ਨੂੰ। ਟੁਕੜਾ ਮਾਲਕੀ ਜ਼ਿਮੀਂਦਾਰ ਦੀ ਉਹ ਰਹੂਗੀ। ਐਕਟ 'ਚ ਹੈ, ਕਾਨੂੰਨ 'ਚ ਆ। ਮੈਂ ਤੁਹਾਨੂੰ ਹੋਰ ਕਲੀਅਰ ਕਰਦੇ ਆ, ਇਹ ਕਾਨੂੰਨ ਨੂੰ ਅੱਖੋਂ ਪਰੋਖੇ ਕਰ। ਜਿਹੜੀ ਗੱਲ ਮੈਂ ਤੁਹਾਨੂੰ ਕਰ ਰਿਹਾ ਨਾ ਜੀ, ਜ਼ਿਮੀਂਦਾਰਾਂ ਨੂੰ ਕੰਪਨਸੇਸ਼ਨ ਦੇਣ ਦੀ ਕੋਈ ਰਾਜਨੀਤੀ ਵਾਲੀ ਗੱਲ ਨਹੀਂ ਹੈ। ਮੈਂ ਕਾਨੂੰਨ ਦੇ ਹਿਸਾਬ ਨਾਲ ਤੁਹਾਨੂੰ ਦੱਸਾਂ। ਮੰਨ ਲਓ ਇੱਕ ਜ਼ਿਮੀਂਦਾਰ ਦੀ 5 ਕਿੱਲੇ ਜ਼ਮੀਨ ਆ, ਅੱਧਾ ਕਿੱਲਾ ਦੂਸਰੇ ਪਾਸੇ ਬਚ ਗਈ, 3 ਕਿੱਲੇ ਸੜਕ 'ਚ ਆ ਗਈ, ਇੱਕ ਅੱਧਾ ਕਿੱਲਾ ਇੱਧਰ ਬਚ ਗਈ। ਅੱਧੇ ਕਿੱਲੇ ਦੀ ਕੰਪਨਸੇਸ਼ਨ ਸੈਂਟਰਲ ਗਵਰਨਮੈਂਟ ਅੰਡਰ ਦੀ ਐਕਟ ਉਹਨਾਂ ਜ਼ਿਮੀਂਦਾਰਾਂ ਨੂੰ ਦੇਊਗੀ, ਪਰ ਮਾਲਕੀ ਜ਼ਿਮੀਂਦਾਰਾਂ ਦੀ ਉਹ ਰਹਿਣੀ। ਜ਼ਿਮੀਂਦਾਰ ਬਾਹ ਬੀਜ ਸਕਦੇ ਆ ਪਰ ਉਹਦੀ ਕੰਪਨਸੇਸ਼ਨ ਮਿਲੂਗੀ ਕਿਉਂਕਿ 2 ਟੁਕੜਿਆਂ 'ਚ ਹੋਊਗੀ। ਪਹਿਲੀ ਗੱਲ ਕਾਨੂੰਨ ਇਹ ਹੈ। ਦੂਸਰਾ ਕਾਨੂੰਨ, ਉਸ ਕਾਨੂੰਨ 'ਚ ਕਲੀਅਰ ਕੱਟ ਲਿਖਿਆ ਹੋਇਆ ਯੂਨੀਫਾਰਮ ਕੰਪਨਸੇਸ਼ਨ, ਵਰਲਡ ਯੂਨੀਫਾਰਮ ਕੰਪਨਸੇਸ਼ਨ। ਉਹਦਾ ਮਤਲਬ ਇਹ ਆ ਵੀ 27 ਕਿਲੋਮੀਟਰ ਤੱਕ ਕੰਪਨਸੇਸ਼ਨ ਦਾ ਰੇਟ ਇੱਕੋ ਹੀ ਹੋਊਗਾ।
ਠੀਕ ਹੈ। ਹੁਣ ਮੇਰਾ ਸਰਕਾਰ ਨੂੰ ਬੇਨਤੀ ਆ, ਕਾਂਗਰਸ ਸਰਕਾਰ ਆ ਪੰਜਾਬ 'ਚ, ਆਪ ਦੀ ਸਰਕਾਰ ਨਹੀਂ ਹੈ। ਕੇਜਰੀਵਾਲ ਦਾ ਖਾਸ ਬੰਦਾ ਕੁਲਜੀਤ ਸਿੰਘ ਰੰਧਾਵੇ ਦੀ ਜ਼ਮੀਨ 6 ਕਰੋੜ 22 ਲੱਖ ਰੁਪਇਆ ਏਕੜ ਤੁਸੀਂ ਕੀਮਤ ਫਿਕਸ ਕਰੀ ਆ। ਅਕੋਰਡਿੰਗ ਟੂ ਐਕਟ, ਕਾਨੂੰਨ ਦੇ ਹਿਸਾਬ ਨਾਲ ਅੰਡਰ ਸੈਕਸ਼ਨ 28 ਦਾ 7, 28 ਸੈਕਸ਼ਨ ਦੀ 7 ਧਾਰਾ ਹੈਗੀ ਆ, ਉਹਦੇ ਤਹਿਤ ਯੂਨੀਫਾਰਮ ਕੰਪਨਸੇਸ਼ਨ ਬਣਦੀ ਆ ਰੰਧਾਵੇ ਦੀ ਜ਼ਮੀਨ ਤੋਂ। ਮੈਂ ਕਹਿੰਦਾ ਰੰਧਾਵਾ ਸਾਹਿਬ ਨੂੰ ਵੀ 6 ਕਰੋੜ ਦੀ ਥਾਂ ਤੇ 7 ਕਰੋੜ ਦੇ ਦਿਓ, 8 ਦੇ ਦਿਓ, ਪਰ ਮੇਰੀ ਬੇਨਤੀ ਆ ਵੀ ਜਿੰਨਾ 8 ਕਰੋੜ ਰੁਪਏ ਉਹਨਾਂ ਨੂੰ ਮਿਲਣਾ, ਬਾਕੀਆਂ ਨੂੰ ਵੀ 6 ਕਰੋੜ 22 ਲੱਖ ਰੁਪਈਆ ਹੀ ਮਿਲੇ, 28 ਲੱਖ ਨਾ ਮਿਲੇ। ਜੇ ਨਾ ਮਿਲਿਆ 6 ਕਰੋੜ 22 ਲੱਖ ਰੁਪਈਆ, ਜੇ ਰੰਧਾਵੇ ਨੂੰ ਵੀ 6 ਕਰੋੜ 22 ਲੱਖ ਮਿਲਿਆ, ਦੂਸਰਿਆਂ ਨੂੰ ਵੀ 6 ਕਰੋੜ 22 ਲੱਖ ਨਾ ਮਿਲਿਆ, ਇਸ ਸਰਕਾਰ ਦੀ ਨੱਕ 'ਚ ਦਮ ਕਰ ਦੂੰਗਾ, ਜੀਣ ਨਹੀਂ ਦੇਊਂਗਾ, ਚਾਹੇ ਮੈਨੂੰ ਮਰਨ ਵਰਤੇ ਕਿਉਂ ਨਾ ਬੈਠਣਾ ਪੈ ਜਾਏ। ਇਹ ਮੇਰਾ ਦਾਵਾ ਆ। ਇਹ ਚੋਰਾਂ ਨਾਲ ਰਲ ਕੇ ਇਹ ਥੋੜੀ ਆ ਵੀ ਆਪਾਂ ਆਪਣੀ ਕਿਸਾਨੀ ਬਰਬਾਦ ਕਰ ਦੇਂਗੇ। ਚਾਹੇ ਮੇਰਾ ਕਿਸਾਨ ਮੋਰਚਾ ਵੀ ਵਿਰੋਧ ਕਰੇ, ਚਾਹੇ ਕਿਸਾਨ ਜਿੰਨਾ ਮਰਜ਼ੀ ਮੈਨੂੰ ਘੇਰਨ ਜਾ ਕੇ ਪਿੰਡਾਂ 'ਚ, ਪਰ ਮੈਂ ਜਾਊਂਗਾ, ਮੈਂ ਕਿਸਾਨਾਂ ਦੀ ਆਵਾਜ਼ ਚੱਕਾਂਗਾ, ਕਿਸਾਨਾਂ ਨੂੰ ਉਹਨਾਂ ਦੇ ਹੱਕ ਦਵਾ ਕੇ ਹਟੂੰਗਾ। 6 ਕਰੋੜ 22 ਲੱਖ ਰੁਪਇਆ ਦੇਣ ਹਰੇਕ ਨੂੰ, ਜੇ ਨਾ ਦਿਆ ਫਿਰ ਮੈਂ ਦੇਖੂੰਗਾ। ਸ਼ਰਮਾ, ਜਿਹੜਾ ਤੁਸੀਂ ਕੁਲਜੀਤ ਰੰਧਾਵੇ ਦੀ ਗੱਲ ਕੀਤੀ ਕਿ 6 ਕਰੋੜ 22 ਲੱਖ ਰੁਪਏ ਉਹਦੀ ਜ਼ਮੀਨ ਦਾ ਰੇਟ ਲੱਗਿਆ, ਉਹ ਇਕੱਲੇ ਦੀ ਤਾਂ ਲੱਗਿਆ ਕਿ ਹੋਰ ਪਿੰਡ ਵਾਲਿਆਂ ਦੇ ਹੋਰ ਨਾਲ ਵਾਲੇ? ਇਸ ਤਰ੍ਹਾਂ ਰੰਧਾਵੇ ਦੀ ਜ਼ਮੀਨ 6 ਕਰੋੜ 22 ਲੱਖ ਤੇ ਨਾਲ ਵਾਲੀ ਜ਼ਮੀਨ 28 ਲੱਖ। ਮੈਂ ਹੁਣ ਡੀਸੀ ਨੂੰ ਮਿਲਣਾ ਕਿਸਾਨਾਂ ਨੂੰ ਲੈ ਕੇ, ਫਿਰ ਵੀ ਇਹ ਧੋਖਾ ਕਿਉਂ? ਆ ਕਾਗਜ਼ ਆ, 1 ਮਿੰਟ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿਆਂ, 2 ਮਿੰਟ ਆ ਦਿਖਾਇਓ ਜਰਾ। ਆ ਲਿਓ, ਡੀਆਰ ਨੇ ਜਿਹੜੀ ਚਿੱਠੀ ਜਾਰੀ ਕਰੀ ਹੈ, ਆ ਲਿਓ ਜੀ ਤੁਸੀਂ, ਇਹਨੂੰ ਮੈਂ ਦਿਖਾ ਦਿਆਂ। ਆਹ ਦੇਖੋ, ਬਾਕਰਪੁਰ 6 ਕਰੋੜ 22 ਲੱਖ ਦੀ, ਆਹ ਦੇਖ ਲਿਓ ਜੇ ਕਿਤੇ ਨਜ਼ਰ ਆਉਂਦਾ। ਬਾਕਰਪੁਰ 6 ਕਰੋੜ 22 ਲੱਖ ਤੇ ਬਰੌਲੀ 32 ਲੱਖ। ਅੱਛਾ, ਉਸ ਤੋਂ ਅੱਗੇ ਚਲੇ ਜਾਓ, ਇਹ ਕਿਹੜਾ ਜਨੇਤਪੁਰ 68 ਲੱਖ। ਜਨੇਤਪੁਰ ਤੇ ਖਰੀਦ ਕੇ ਦਿਖਾ ਦਿਓ ਮੈਨੂੰ 5 ਕਰੋੜ ਤੋਂ ਘੱਟ ਕੋਈ ਕਿੱਲਾ ਕਮੇਟੀ ਦੇ ਅੰਦਰ, ਧੱਕਾ ਨਹੀਂ ਹੈਗਾ। ਆ ਲੈਲੀ 24 ਲੱਖ। ਮੇਰਾ ਚੈਲੰਜ ਆ ਡੀਸੀ ਨੂੰ ਵੀ, ਪੰਜਾਬ ਸਰਕਾਰ ਨੂੰ ਵੀ ਲੈਲੀ 'ਚ ਇੱਕ ਵੀ ਕਿੱਲਾ ਖਰੀਦ ਕੇ ਦਿਖਾ ਦਿਓ 4 ਕਰੋੜ ਤੋਂ ਘੱਟ। ਧੱਕਾ ਨਹੀਂ ਜ਼ਿਮੀਂਦਾਰਾਂ ਨਾਲ। ਯਾਰ ਮੈਂ ਹੈਰਾਨ ਆ ਵੀ ਮੈਂ ਉਹਨਾਂ ਦੇ ਹੱਕ ਦੀ ਲੜਾਈ ਵਿਧਾਨ ਸਭਾ 'ਚ ਵੀ ਲੜ ਰਿਹਾ, ਦੂਸਰੇ ਕਿਸਾਨ ਮੇਰੇ ਨਾਲ ਆ। ਇਹ ਕਾਂਗਰਸ ਤੇ ਆਪ ਵਾਲਿਆਂ ਨੂੰ ਕਿਆ ਤਕਲੀਫ ਆ? ਮੇਰੇ ਨਾਲ ਰਲ ਕੇ ਐਜੀਟੇਸ਼ਨ ਕਰਨ। ਮੈਂ ਜਾਊਂਗਾ ਉਹਨਾਂ ਦੇ ਧਰਨੇ 'ਚ ਰੱਖਣ, ਕਾਂਗਰਸੀ ਬੁਲਾਉਣ ਮੈਨੂੰ ਐਜ MLA ਕਰਨ, ਕਾਂਗਰਸੀ ਉੱਥੇ ਇਕੱਠ ਸਾਰੇ ਕਿਸਾਨਾਂ ਦਾ। ਜੇ NK ਸ਼ਰਮਾ ਨਾ ਗਿਆ ਐਜ MLA, ਮੈਨੂੰ ਕੱਢ ਦਿਓ ਉੱਥੇ ਪਿੰਡਾਂ ਤੋਂ, ਰੱਖਣ ਆਪ ਵਾਲੇ ਇਕੱਠ ਉੱਤੇ, ਬੁਲਾਉਣ ਮੈਨੂੰ ਐਜ MLA, ਇਸ ਹਲਕੇ ਦਾ ਜ਼ਿੰਮੇਵਾਰ ਆ ਮੈਂ। ਜੇ ਨਾ ਮੈਂ ਗਿਆ ਮੈਨੂੰ ਕੱਢ ਦੇਣ ਪਾਰਟੀ ਤੋਂ, ਕਰਨ ਮੇਰਾ ਘਰਾਓ। ਫਿਰ ਐ ਥੋੜੀ ਆ ਵੀ ਤੁਹਾਡੇ ਦਬਕਿਆਂ ਤੋਂ ਮੈਂ ਲੋਕਾਂ ਦੀ ਆਵਾਜ਼ ਚੱਕਣੀ ਹੈ, ਪਿੱਛੇ ਹਟ ਜਾਵਾਂਗਾ। ਕਿਸਾਨਾਂ ਦੀ ਲੜਾਈ, ਆ ਐਕਸਪ੍ਰੈਸਵੇ ਵਾਲੇ ਰੋਡ ਐਕਸਪ੍ਰੈਸ ਦੀ ਜਿਹੜੀ ਲੜਾਈ ਆ, ਮੈਂ ਲੜਦਾ ਰਹਾਂਗਾ। ਕੋਈ ਮੈਨੂੰ ਗਾਲਾਂ ਕੱਢੇ, ਕੋਈ ਮੇਰੇ ਘਰ ਆ ਕੇ ਧਰਨਾ ਦੇ, ਕੋਈ ਕੁਛ ਕਰੇ, ਇਹ ਨਹੀਂ ਰੁਕ ਸਕਦਾ। ਇਹ ਤਾਂ ਧੂਏ ਦੇ ਵਿੱਚ ਰੋਣ ਵਾਲੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਹਲਕੇ 'ਚ, ਬਿਲਕੁਲ ਬਰਦਾਸ਼ਤ ਨਹੀਂ ਕਰਦਾ। ਸ਼ਰਮਾ ਜੀ, ਇਹ ਜਿਹੜਾ ਮਾਰਗ ਬਣ ਰਿਹਾ, ਹਲਕਾ ਡੇਰਾਬੱਸੀ ਦੀ ਕਿੰਨੇ ਏਕੜ ਜ਼ਮੀਨ ਇਹਦੇ 'ਚ ਆ ਰਹੀ ਹੈ 5 ਗ੍ਰਾਮੀ ਦੀ? ਦੇਖੋ, ਮੈਂ ਹਲਕਾ ਡੇਰਾਬੱਸੀ ਦੀ ਜੇ ਗੱਲ ਕਰਾਂ, ਏਕੜ ਤਾਂ ਨਹੀਂ ਮੈਂ ਨਾਪੀ ਹੈਗੀ। ਸਤਾਬਗੜ੍ਹ, ਬਾਕਰਪੁਰ, ਪਰਾਗਪੁਰ, ਮਹਿਮਦਪੁਰ, ਅਮਲਾਲਾ, ਹੰਸਾਲਾ, ਰਾਜੋ ਮਾਜਰਾ, ਲੈਲੀ, ਟਿਵਾਣਾ, ਹਸਨਪੁਰ, ਇਹ ਸਾਰੇ ਪਿੰਡਾਂ ਦੀ। ਉਧਰ ਖੇਲਣ ਵਾਲੇ ਪਾਸੇ ਵੀ ਇੱਕ ਨਵਾਂ ਬਣ ਰਿਹਾ ਹੈਗਾ ਭਾਰਤਮਾਲਾ ਪ੍ਰੋਜੈਕਟ ਦਾ। ਸੋ ਇਹਨਾਂ ਸਾਰੇ ਪਿੰਡਾਂ ਦੀ ਜ਼ਮੀਨ ਆ ਜਿਹੜੀ ਆ ਰਹੀ ਆ, ਇਹ 12 ਫੁੱਟ ਉੱਚਾ ਬਣਨਾ, 200 ਫੁੱਟ ਚੌੜੀ ਰੋਡ ਐਕਵਾਇਰ ਹੋਣੀ ਆ। ਮੈਂ ਉਹਨਾਂ ਨੂੰ ਕਹਿ ਰਿਹਾ ਵੀ ਕੀਮਤ ਜਿਹੜੀ ਜਿੰਨੀ ਯੂਨੀਫਾਰਮ ਰੇਟ ਦਿਓ, ਪਰ ਸਲੀਪਰ ਰੋਡਾਂ ਜ਼ਰੂਰ ਬਣਾ ਕੇ ਦਿਓ। ਹੁਣ ਤੁਸੀਂ ਦੱਸੋ, ਇਹਨਾਂ ਨੇ ਇੱਥੋਂ ਬ੍ਰਿਜ ਬਣਾਉਣਾ ਹੈਗਾ, ਜੇ ਸਤਾਬਗੜ੍ਹ ਬਾਕਰਪੁਰ ਨਾਲ ਜੁੜ ਜੇ, ਕ੍ਰਾਸ ਹੋ ਜੇ ਸਲੀਪਰ ਰੋਡ ਦੋਨੇ ਪਾਸੇ, ਤੁਸੀਂ ਦੇਖੋ ਨਾ ਜੀ ਉਹਨਾਂ ਦੀ ਕਿੰਨੀ ਕੀਮਤ ਹੋ ਜਾਣੀ ਅੱਜ। ਉਹਨਾਂ ਜ਼ਿਮੀਂਦਾਰਾਂ ਨੂੰ ਲਾਭ ਹੋਊਗਾ ਨਾ। ਮੈਂ ਕੋਈ ਰੰਧਾਵਾ ਸਾਹਿਬ ਦੇ ਅਗੇਂਸਟ ਨਹੀਂ, ਮੇਰੇ ਤਾਂ ਸਮਝ ਲਿਓ ਉਹਨਾਂ ਦੇ ਬਾਬੇ ਦਾਦੇ ਨਾਲ ਰਿਸ਼ਤੇ ਆ, ਉਹਨਾਂ ਦੇ ਫਾਦਰ ਨਾਲ ਰਿਲੇਸ਼ਨ ਆ, ਉਹਨਾਂ ਨਾਲ ਰਿਲੇਸ਼ਨ ਆ। ਮੇਰੀ ਇਹ ਲੜਾਈ ਨਹੀਂ ਹੈ ਵੀ ਉਹਨਾਂ ਨੂੰ 6 ਕਰੋੜ 22 ਕਿਉਂ ਮਿਲ ਰਿਹਾ ਹੈਗਾ। ਮੇਰੀ ਲੜਾਈ ਮੇਰੇ ਪਰਿਵਾਰਕ ਰਿਸ਼ਤੇ ਆ, ਚਾਹੇ ਆਪ ਪਾਰਟੀ 'ਚ। ਮੇਰੀ ਲੜਾਈ ਇੰਨੀ ਕਾ ਵੀ ਉਹਨਾਂ ਨੂੰ 6 ਕਰੋੜ 22 ਲੈ ਰਿਹਾ। ਮੈਂ ਰੰਧਾਵਾ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ 6 ਕਰੋੜ 22 ਦੀ ਥਾਂ ਤੇ 9 ਕਰੋੜ ਲਿਓ,
ਫਿਰ ਜ਼ਿਮੀਂਦਾਰਾਂ ਦੀ ਲੜਾਈ ਲੜੋ। ਜੇ ਨਹੀਂ ਲੜਨੀ ਮੈਨੂੰ ਲੜਨ ਤੋਂ ਨਾ ਰੋਕੋ, ਮੈਨੂੰ ਉਹਨਾਂ ਦੀ ਲੜਾਈ ਲੜ ਲੈਣ ਦਿਓ। ਤੁਸੀਂ ਤਾਂ ਆਪਣੇ ਪੈਸੇ ਪੂਰੇ ਲੈ ਲਏ 6 ਕਰੋੜ 22 ਲੱਖ, ਮੈਨੂੰ ਨਾਲ ਵਾਲੇ ਨੂੰ ਵੀ 6 ਕਰੋੜ 22 ਲੱਖ ਦਿਵਾਉਣ ਲੈਣ ਦਿਓ। ਮੈਂ ਤੁਹਾਨੂੰ ਨਹੀਂ ਕਹਿੰਦਾ ਵੀ 6 22 ਤੋਂ ਘੱਟ ਮਿਲੇ। ਮੈਂ ਤੁਹਾਡੀ ਗੱਲ ਵੀ ਵਿਧਾਨ ਸਭਾ 'ਚ ਚੱਕੀ ਦੀ, ਮੇਰੇ ਕੋਲੋਂ ਸਰਪੰਚ ਸਾਹਿਬ ਆਏ ਤੇ ਗੋਗਾ ਉਹਨਾਂ ਦਾ ਭਰਾ ਰਜਿਸਟਰੀਆਂ ਲੈ ਕੇ ਵੀ ਸਾਡੀ ਗੱਲ ਕਰੋ ਜੀ। ਮੈਂ ਡੀਸੀ ਕੋਲ ਜਾ ਕੇ ਉਹਨਾਂ ਦੀ ਵੀ ਗੱਲ ਚੱਕੀ ਦੀ, ਮੈਂ ਵਿਧਾਨ ਸਭਾ 'ਚ ਵੀ ਗੱਲ ਚੱਕੀ ਦੀ। ਮੈਂ ਤੁਹਾਡੀ ਲੜਾਈ ਲੜਨ ਨੂੰ ਵੀ ਤਿਆਰ ਹਾਂ, ਕਿਸਾਨਾਂ ਦੀ ਵੀ ਲੜਨ ਨੂੰ ਤਿਆਰ ਹਾਂ। ਮੇਰੀ ਹੱਥ ਜੋੜ ਕੇ ਬੇਨਤੀ ਆ, ਆਪ ਤੇ ਕਾਂਗਰਸੀ ਜਿਹੜਾ ਇੱਥੇ ਉਹਨੇ ਪ੍ਰਨੀਤ ਕੌਰ ਨੇ ਦਲਾਲ ਛੱਡਿਆ ਹੋਇਆ ਰੇਤਾ ਇਕੱਠਾ ਕਰਨ, ਪੈਸੇ ਇਕੱਠੇ ਕਰਨ ਵਾਸਤੇ, ਉਹਨੂੰ ਵੀ ਬੇਨਤੀ ਆ ਵੀ ਕਿਰਪਾ ਕਰਕੇ ਇਹਨਾਂ ਦੀ ਲੜਾਈ ਲੜੋ, ਮੈਨੂੰ ਲੜਾਈ ਲੜਨ ਤੋਂ ਨਾ ਰੋਕੋ, ਆ ਡਰਾਮੇ ਨਾ ਕਰੋ। ਸਾਰਾ ਕੁਝ ਮੇਰੀ ਦੋਨਾਂ ਨੂੰ ਇਹ ਬੇਨਤੀ ਆ। ਬਾਕੀ ਸੰਯੁਕਤ ਕਿਸਾਨ ਮੋਰਚਾ ਦਾ ਮੈਨੂੰ ਜੋ ਹੁਕਮ ਕਰੂਗਾ ਮੈਂ ਉਹਦੀ ਮੰਨਾਂਗਾ, ਚਾਹੇ ਉਹ ਕਿਸੇ ਦੇ ਪ੍ਰਭਾਵ ਥੱਲੇ ਹੈ ਚਾਹੇ ਨਹੀਂ ਹੈ। ਹਾਂਜੀ, ਇਹ ਸਨ ਸਾਡੇ ਨਾਲ ਹਲਕਾ ਡੇਰਾਬੱਸੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ NK ਸ਼ਰਮਾ ਜੀ, ਜਿਨ੍ਹਾਂ ਨੇ 27 ਤਰੀਕ ਦੇ ਜਿਹੜਾ ਵਿਵਾਦ ਸੀ ਉਸ ਨੂੰ ਵਿਰਾਮ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਉਹ ਨਾਲ ਨੇ, ਕਿਸਾਨਾਂ ਦੇ ਵੀ ਨਾਲ ਨੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਐਕਸਪ੍ਰੈਸ-ਵੇ ਜਿਹੜਾ ਬਣ ਰਿਹਾ, ਕਿਸਾਨਾਂ ਦੀਆਂ ਕਰੋੜਾਂ ਦੇ ਭਾਅ ਦੀ ਜ਼ਮੀਨ ਨੂੰ ਕੌਡੀਆਂ ਦੇ ਵਿੱਚ ਜਿਹੜਾ ਮੁੱਲ ਹੈ ਉਹ ਨਿਰਧਾਰਿਤ ਕੀਤਾ ਗਿਆ, ਉਸ ਦੀ ਵੀ ਸ਼੍ਰੋਮਣੀ ਅਕਾਲੀ ਦਲ ਖਿਲਾਫਤ ਕਰ ਰਿਹਾ। ਤੇ ਪਹਿਲੇ ਦਿਨ ਤੋਂ ਹੀ ਸੰਘਰਸ਼ ਕਮੇਟੀ, ਜੋ ਕਿਸਾਨ ਸੰਘਰਸ਼ ਕਮੇਟੀ ਹੈ, ਉਸ ਨਾਲ ਉਹ DC ਮੋਹਾਲੀ ਤੇ ਪੰਜਾਬ ਦੇ ਰਾਜਪਾਲ ਨੂੰ ਵੀ ਮੰਗ ਪੱਤਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਅਗਵਾਈ 'ਚ ਦੇ ਚੁੱਕੇ ਨੇ। ਇਹਨਾਂ ਦਾ ਗਵਰਨਰ ਨੂੰ ਮਿਲ ਕੇ ਆਏ। ਇਹਨਾਂ ਦਾ ਕਹਿਣਾ ਇਹ ਵੀ ਸੀ ਕਿ ਜੇ ਕਿਸੇ ਕਿਸਾਨ ਦੀ ਵੱਧ ਜ਼ਮੀਨ ਦਾ ਰੇਟ ਮਿੱਥਿਆ ਗਿਆ 6 ਕਰੋੜ ਪਲੱਸ, ਇਹਨਾਂ ਨੇ ਦੱਸਿਆ ਵੀ ਵਿਧਾਨ ਸਭਾ ਹਲਕਾ ਡੇਰਾਬੱਸੀ ਵਿੱਚ ਵੀ 6 ਕਰੋੜ 22 ਲੱਖ ਦੇ ਕਰੀਬ ਕੁਝ ਨੇਤਾਵਾਂ ਦਾ ਜਿਹੜਾ ਰੇਟ ਉਹ ਮਿੱਥਿਆ ਗਿਆ। ਇਹਨਾਂ ਦਾ ਇਹ ਵੀ ਕਹਿਣਾ ਕਿ ਉਹ ਰੇਟ ਦੇ ਅਕੋਰਡਿੰਗ ਹੀ ਦੂਜੇ ਕਿਸਾਨਾਂ ਨੂੰ ਵੀ ਉਹੀ ਰੇਟ ਮਿਲੇ, 6 ਕਰੋੜ ਪਲੱਸ ਹੀ ਉਹਨਾਂ ਨੂੰ ਮਿਲੇ ਤਾਂ ਉਹ ਖੁਸ਼ ਨੇ, ਨਹੀਂ ਤਾਂ ਉਹ ਇਸ ਦੀ ਖਿਲਾਫਤ ਕਰਦੇ ਰਹਿਣਗੇ। ਸ਼੍ਰੋਮਣੀ ਅਕਾਲੀ ਦਲ ਤੇ ਉਹ ਖੁਦ ਰਲ ਕੇ ਇਸ ਚੀਜ਼ ਦੀ ਖਿਲਾਫਤ ਕਰਦੇ ਨੇ ਕਿ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦਿਵਾਉਣ ਲਈ ਹਰ ਹਿੱਲਾ ਜਿਹੜਾ ਉਹ ਵਰਤਣਗੇ। ਕੈਮਰਾਮੈਨ ਡਿੰਪਲ ਦੇ ਨਾਲ ਜ਼ੀਰਕਪੁਰ ਤੋਂ ਮੈਂ ਹੈਪੀ ਪੰਡਵਾਲਾ, ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।